ਪੰਕਜ ਬੰਦਨ ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਗੁਰੂ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਸ਼ਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਪਿਆਰ ਵਿੱਚ ਆਓ। ਸਤਿਗੁਰੂ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜੋ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹੋਏ ਹੋ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਇਣ। ਵਾਹਿਗੁਰੂ ਪਰਮੇਸ਼ਰ ਦਾ ਨਾਮ ਨਾਰਾਇਣ ਹੈ। ਨਾਰਾਇਣ ਦਾ ਅਰਥ ਕੀ ਹੁੰਦਾ ਹੈ ਜੀ? ਰਾਇਣ ਦਾ ਅਰਥ ਹੈ ਮਾਇਆ ਜੀ, ਜਿਸ ਉੱਤੇ ਮਾਇਆ ਅਸਰ ਨਹੀਂ ਕਰਦੀ ਜੀ। ਆਪਾਂ ਸੰਸਾਰੀ ਬੰਦੇ ਹੈਗੇ ਆ, ਸਾਡੇ ਉੱਤੇ ਮਾਇਆ ਛੇਤੀ ਅਸਰ ਕਰ ਲੈਂਦੀ ਹੈ ਜੀ। ਥੋੜ੍ਹੀ ਜਿਹੀ ਲੋੜ ਹੋਵੇ ਲੋਭ ਮਨ ਵਿੱਚ ਆ ਜਾਂਦਾ, ਮਾਇਆ ਦਾ ਅਸਰ ਹੋ ਗਿਆ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਚੀਜ਼ਾਂ ਦਾ ਅਸਰ ਹੋ ਗਿਆ, ਮਾਇਆ ਦਾ ਅਸਰ ਹੋ ਗਿਆ ਜੀ। ਪਰ ਰੱਬ ਦਾ ਸੁਭਾਅ ਕੀ ਹੈ? ਮਹਾਰਾਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੱਸਦੇ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਪਰਮੇਸ਼ਰ ਦਾ ਸੁਭਾਅ ਜੀ। ਨਾਰਾਇਣ ਉਹ ਵਾਹਿਗੁਰੂ ਜਿਸ ਉੱਤੇ ਮਾਇਆ ਦਾ ਅਸਰ ਨਹੀਂ ਹੈ। ਨਿਰੰਜਨ ਦਾ ਵੀ ਅਰਥ ਇਹੋ ਹੀ ਹੈ। ਮਹਾਰਾਜ ਕਹਿੰਦੇ ਆ ਵਾਹਿਗੁਰੂ ਜੀ ਦਾ ਨਾਮ ਜਲ ਹੈ। ਜਲ ਕਹਿਣ ਲੱਗੇ
ਹਿਰਦੇ ਰੂਪੀ ਧਰਤੀ ਤੇ ਇਹਨੂੰ ਸਿੰਜ, ਨਾਮ ਦੀ ਖੇਤੀ ਕਰ ਕਹਿਣ ਲੱਗੇ। ਫਿਰ ਨਾਰਾਇਣ ਵਾਹਿਗੁਰੂ ਜੀ ਦੇ ਨਾਮ ਦਾ ਏਡਾ ਵੱਡਾ ਪ੍ਰਤਾਪ ਹੈ। ਰਸਨਾ ਸਿਮਰਤ ਪਾਪ ਬਲਾਇਣ। ਬਲਾਇਣ ਸ਼ਬਦ ਦਾ ਅਰਥ ਹੈ ਬਲ ਜਾਣਾ ਜੀ, ਸੜ ਜਾਣਾ ਜੀ। ਤੁਸੀਂ ਆਪ ਦੱਸੋ, ਜਿਹੜੀ ਚੀਜ਼ ਸਾੜੀ ਜਾਵੇ ਉਹ ਚੀਜ਼ ਪਿੱਛੇ ਰਹਿ ਜਾਂਦੀ ਜੀ। ਸੜ ਗਈ ਜੀ, ਖਤਮ ਹੋ ਗਈ ਜੀ, ਸੜ ਗਈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ, ਨਾਰਾਇਣ ਨਾਰਾਇਣ ਨਾਰਾਇਣ, ਵਾਹਿਗੁਰੂ ਜੀ ਦਾ ਨਾਮ ਲਿਆ ਬੰਦੇ ਦੇ ਪਾਪ ਸਾੜੀ ਜਾਂਦੇ ਨੇ ਜੀ। ਆਖੋ ਸ੍ਰੀ ਵਾਹਿਗੁਰੂ। ਆਪ ਜੀ ਨੇ ਮਹਾਰਾਜ ਜੀ ਦੀ ਬਾਣੀ ਦਾ ਮੁੱਖ ਵਾਕ ਪਾਠ ਸਰਵਣ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ। ਲੜੀਵਾਰ ਕਥਾ ਵੀ ਗੁਰੂ ਅਰਜਨ ਦੇਵ ਜੀ ਦੀ ਆਪਾਂ ਸੁਣ ਰਹੇ ਹਾਂ। ਕੁਝ ਸਮਾਂ ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਲੜੀਵਾਰ ਕਥਾ ਮਹਾਰਾਜ ਜੀ ਦੀ ਬੜੇ ਪਿਆਰ ਦੇ ਨਾਲ ਆਪਾਂ ਨੇ ਸਰਵਣ ਕਰਨੀ ਹੈ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ। ਦੁਸ਼ਟ ਪਾਪੀ, ਪਾਪੀ ਮਨ ਵਾਲਾ, ਪਾਪ ਦੀਆਂ ਵਿਚਾਰਾਂ ਨਾਲ ਭਰਿਆ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ ਜੀ। ਰਾਤ ਦੇ ਸਮੇਂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਕੇ ਗਿਆ ਜੀ। ਅਗਲਾ ਦਿਨ ਹੋਇਆ, ਸਤਿਗੁਰੂ ਜੀ ਦੇ ਕੋਲ ਆਇਆ, ਆਪਣੀਆਂ ਘਿਸੀਆਂ ਪਿੱਟੀਆਂ ਦੀਆਂ ਗੱਲਾਂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ। ਮਹਾਰਾਜ ਜੀ ਨੂੰ ਬੜੇ ਬੁਰੇ ਬੁਰੇ ਬੋਲ ਬੋਲੇ ਜੀ। ਮਹਾਰਾਜ ਜੀ ਨੇ ਇੱਕੋ ਗੱਲ ਦਾ ਉੱਤਰ ਦਿੱਤਾ। ਕਹਿਣ ਲੱਗਾ, ਮਹਾਰਾਜ ਤੁਸੀਂ ਕੁੱਤਾ ਆਖਿਆ। ਮਹਾਰਾਜ ਕਹਿੰਦੇ, ਸੁਣ, ਸਾਡੀ ਹਜ਼ੂਰੀ ਵਿੱਚ ਸਿੱਖ ਨੇ ਤੈਨੂੰ ਕੁੱਤਾ ਆਖਿਆ ਸੀਗਾ, ਪਰ ਜੇ ਤੂੰ ਇਹ ਗੱਲ ਸਾਡੇ ਤੇ ਮੜਦਾ ਉਦੋਂ ਤੇ ਨਹੀਂ ਸੀ ਕਿਹਾ, ਪਰ ਹੁਣ ਕਹਿ ਦਿੰਨੇ ਆ। ਕਹਿਣ ਲੱਗੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਬਾਣੀ ਪੜ੍ਹਨ ਵਾਲੇ ਬੰਦੇ ਜਦੋਂ ਬੋਲਦੇ ਆ ਨਾ ਜੀ, ਫਿਰ ਸਾਰਿਆਂ ਨੂੰ ਉਹ ਹਿਲਾ ਦਿੰਦੇ ਆ ਜੀ। ਫਿਰ ਸੰਗਤ ਜੀ ਤੁਸੀਂ ਸੁਣਿਆ, ਮਹਾਰਾਜ ਕਹਿਣ ਲੱਗੇ, ਸਿੱਖ ਮੇਰਾ ਹੀ ਰੂਪ ਨੇ, ਜੇ ਕਿਹਾ ਵਾ ਤੇ ਕਿਹਾ ਵਾ। ਕਹਿਣ ਲੱਗੇ, ਕਹਿੰਦਾ ਰਿਸ਼ਤਾ ਮੰਨ ਲਓ, ਸਾਰੇ ਮਾਮਲੇ ਰਫੇ ਦਫੇ ਹੋ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਰਿਸ਼ਤੇ ਦੀ ਗੁਰੂ ਨਾਨਕ ਦੀ ਸੰਗਤ ਨੇ ਮਨਾ ਕਰਤਾ, ਇਸ ਕਰਕੇ ਹੁਣ ਅਸੀਂ ਹਾਂ ਨਹੀਂ ਕਰ ਸਕਦੇ ਜੀ। ਦੁਸ਼ਟ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ, ਇਹਨਾਂ ਨੂੰ ਪਾਣੀ ਨਹੀਂ ਪੀਣ ਦੇਣਾ, ਪ੍ਰਸ਼ਾਦਾ ਨਹੀਂ ਛਕਣ ਦੇਣਾ ਤੇ ਸੌਣ ਨਹੀਂ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਨੇ ਬ੍ਰਹਮ ਗਿਆਨ ਦਾ ਬਚਨ ਕੀਤਾ। ਮਹਾਰਾਜ ਕਹਿੰਦੇ, ਚੰਦੂ ਤੇਰੇ ਘਰ ਦਾ ਪਾਣੀ ਉਹ ਪੀਵੇ ਜਿਹਨੂੰ ਪਿਆਸ ਲੱਗਦੀ ਹੋਵੇ, ਪ੍ਰਸ਼ਾਦਾ ਉਹ ਛਕੇ ਜਿਹਨੂੰ ਭੁੱਖ ਲੱਗਦੀ ਹੋਵੇ, ਸੌਵੇਂ ਉਹ ਜਿਹਨੂੰ ਨੀਂਦ ਆਉਂਦੀ ਹੋਵੇ। ਸਾਡਾ ਇਹਨਾਂ ਚੀਜ਼ਾਂ ਨਾਲ ਸੰਬੰਧ ਹੀ ਨਹੀਂ ਹੈ। ਕਹਿਣ ਲੱਗੇ, ਅੱਜ ਤੋਂ ਤੇਰੇ ਘਰ 'ਚ ਨਾ ਪਾਣੀ ਪੀਵਾਂਗੇ, ਨਾ ਪ੍ਰਸ਼ਾਦਾ ਛਕਾਂਗੇ, ਨਾ ਸੌਵਾਂਗੇ। ਇਹ ਬਚਨ ਕਰਤਾ। ਸੰਗਤ ਜੀ, ਉਸ ਸਮੇਂ ਜੇਠ ਦੇ ਮਹੀਨੇ ਦੇ ਵਿੱਚ ਪਿਆਸੇ ਰਹਿ ਜਾਣਾ ਬੜੀ ਵੱਡੀ ਗੱਲ ਹੈਗੀ ਆ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜਲ ਨਹੀਂ ਛਕਿਆ ਜੀ, ਪ੍ਰਸ਼ਾਦਾ ਨਹੀਂ ਛਕਿਆ। ਕਿਉਂ? ਮਹਾਰਾਜ ਦਾ ਸਰੀਰ ਨਾਲ ਸੰਬੰਧ ਹੀ ਨਹੀਂ ਹੈਗਾ ਜੀ। ਚੇਤਾ ਰੱਖਿਓ, ਗੁਰੂ ਅਰਜਨ ਦੇਵ ਜੀ ਬੜੇ ਵੱਡੇ ਨੇ। ਖੁਦ ਬਾਣੀ ਵਿੱਚ ਇਹ ਬਚਨ ਆਉਂਦਾ ਹੈ, ਗੋਰੇ ਅਰਜਨ ਪ੍ਰਤੱਖ ਹਰ। ਕੋਈ ਮਾੜੂ ਮੋਟ ਜਿਹਾ ਬੰਦਾ ਗੁਰੂ ਜੀ ਨੂੰ ਕਿਵੇਂ ਡਰਾ ਸਕਦਾ ਹੈ ਜੀ। ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਿਬੇਕ ਸਤ ਸਰ। ਉਹ ਆਦ ਜੁਗਾਦੀ ਜੁਗ ਹੈ ਜੁਗ, ਪੂਰਾ ਪਰਮੇਸ਼ਰ। ਗੁਰੂ ਅਰਜਨ ਸਾਹਿਬ ਮਹਾਰਾਜ ਗਰੀਬ ਨਵਾਜ ਬੈਠੇ ਨੇ, ਸਿੱਖ ਲਾਗੇ ਬਾਣੀ ਪੜ੍ਹਦੇ, ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਕੱਲ ਤੁਸੀਂ ਸੁਣਿਆ, ਸਿੱਖਾਂ ਦੇ ਘਰਾਂ 'ਚ ਸਿੱਖ ਫਿਰਦੇ ਆ, ਪਤਾ ਕਰਦੇ ਆ ਵੀ ਮਹਾਰਾਜ ਕਿੱਧਰ ਗਏ ਆ। ਪਤਾ ਲੱਗਾ ਮਹਾਰਾਜ ਚੰਦੂ ਦੀ ਹਵੇਲੀ ਵਿੱਚ ਨੇ। ਲਾਹੌਰ ਦੀਆਂ ਸੰਗਤਾਂ ਨੂੰ ਪਤਾ ਤੇ ਲੱਗ ਗਿਆ, ਪਰ ਪਿਆਰਿਓ ਮੁੱਖੋਂ ਬੋਲਦੇ ਨਹੀਂ ਕੋਈ ਵੀ ਜੀ। ਡਰ ਬੜਾ ਹੈ। ਚੰਦੂ ਦਾ ਪਤਾ ਹੀ ਨਹੀਂ ਇਸ ਦੁਸ਼ਟ ਨੇ ਕੀ ਕਰਨਾ। ਇੱਕ ਦਿਨ ਮਹਾਰਾਜ ਬਿਨਾਂ ਜਲ ਪਾਣੀ ਛਕਿਆਂ ਬੈਠੇ ਰਹੇ ਆ। ਸਿੱਖ ਲਾਗੇ ਸਾਹਮਣੇ ਬੈਠੇ ਬੱਧੇ ਹੋਏ ਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਸੰਗਤ ਜੀ, ਅੱਗੇ ਦੁਸ਼ਟ ਅਗਲੇ ਦਿਨ ਆਇਆ ਜੀ। ਮਹਾਰਾਜ ਜੀ ਦੇ ਕੋਲ ਅਗਲੇ ਦਿਨ ਆ ਕੇ ਉਹੋ ਹੀ ਆਪਣੀਆਂ ਘਸੀਆਂ ਪਿੱਟੀਆਂ ਦੀਆਂ ਗੱਲਾਂ ਕੀਤੀਆਂ। ਰਿਸ਼ਤਾ ਮੰਨ ਲਓ। ਜਿੱਦੀ ਬੰਦੇ ਜਿਹੜੇ ਹੁੰਦੇ ਨਾ ਜੀ, ਉਹ ਗੱਲ ਨਹੀਂ ਛੱਡਦੇ ਜੀ ਆਪਣੀ ਜੀ। ਹਾਂਜੀ, ਪਰ ਇਸ ਗੱਲ ਵਿੱਚ ਉਹ ਆਪਣਾ ਪਤਨ ਕਰਾ ਬੈਠਦੇ, ਬੜਾ ਵੱਡਾ ਨੁਕਸਾਨ ਕਰਾ ਬੈਠਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਹੈ,
ਤੁਸੀਂ ਅਜੇ ਵੀ ਮੇਰੀ ਗੱਲ ਮੰਨ ਲਓ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ। ਕਹਿੰਦਾ 2 ਲੱਖ ਰੁਪਈਆ ਦੇ ਦਿਓ। ਮਹਾਰਾਜ ਕਹਿੰਦੇ ਸੰਗਤ ਦੀ ਮਾਇਆ ਹੈ, 1 ਕੌਡੀ ਵੀ ਨਹੀਂ ਤੁਹਾਨੂੰ ਦੇਣੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਗੁਰੂ ਜੀ ਨੂੰ ਪੂਰਾ ਡਰਾਉਣ ਦਾ ਉਹ ਯਤਨ ਕਰਦਾ ਹੈ, ਪਰ ਗੁਰੂ ਅਰਜਨ ਸਾਹਿਬ ਆਪ ਰੱਬ ਪਰਮੇਸ਼ਰ ਮੇਰੇ ਮਾਲਕ ਜੀ ਨੇ ਕਿੱਥੋਂ ਡਰਨਾ ਹੈ। ਆਓ ਹੁਣ ਅੱਗੋਂ ਕਥਾ ਸੁਣੀਏ। ਧਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ। ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨਹੁ ਅਗਨ ਤਪਾਵੋ ਨੀਰ। ਸਾਧ ਸੰਗਤ ਜੀ ਇਹ ਮਹਾਰਾਜ ਨੂੰ ਸੁਣਾ ਕੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ, ਕਹਿੰਦਾ ਭਾਈ ਅੱਗ ਲੈ ਕੇ ਆਓ, ਪਾਣੀ ਨੂੰ ਗਰਮ ਕਰੋ। ਕਹਿਣ ਲੱਗਾ ਹਾਂਜੀ। ਬੀਚ ਬਿਠਾਵੋ ਤਪਤ ਸਰੀਰ। ਤੇ ਗਰਮ ਗਰਮ ਉਬਲਦੇ ਪਾਣੀ ਦੇ ਵਿੱਚ ਬਿਠਾ ਦਿਓ। ਕਹਿਣ ਲੱਗਾ ਦੁਸ਼ਟ ਪਾਪੀ, ਅਸੀਂ ਕਹੇ ਦੁਸ਼ਮਣ ਦੇ ਉੱਤੇ ਵੀ ਉਬਲਦਾ ਪਾਣੀ ਨਹੀਂ ਪਾ ਸਕਦੇ। ਸਾਧ ਸੰਗਤ ਜੀ ਹਾਂਜੀ, ਉਬਲਦਾ ਪਾਣੀ ਪੈ ਜੇ ਚਮੜੀ ਦਾ ਹੀ ਬੁਰਾ ਹਾਲ ਹੋ ਜਾਂਦਾ। ਸਾਧ ਸੰਗਤ ਜੀ ਹਾਂਜੀ। ਮੈਂ ਜਿਮ ਤਪਤਿਓ ਦਿਨ ਅਰ ਰਾਤੀ। ਕਹਿਣ ਲੱਗਾ ਜਿਵੇਂ ਮੈਂ ਦਿਨ ਰਾਤ ਤਪਦਾ ਹਾਂ। ਮਹਾ ਕਸ਼ਟ ਤੇ ਸੁਲਗਤ ਛਾਤੀ। ਮੇਰੀ ਛਾਤੀ ਧੁਖਦੀ ਰਹਿੰਦੀ ਹੈ, ਧੁਖਦੀ ਰਹਿੰਦੀ ਹੈ। ਇਹ ਦੁਸ਼ਟ ਕਹਿ ਰਿਹਾ ਹੈ ਹਾਂਜੀ। ਤਿਮ ਤਪਤਾਵੋ ਬਿਲਮ ਨ ਲਾਵੋ। ਦੁਸ਼ਟ ਕਹਿੰਦਾ ਐਵੇਂ ਇਹਨਾਂ ਨੂੰ ਤਪਾਈਏ ਹਾਂਜੀ। ਨਾਹੇ ਤਾਂ ਲੈ ਨਾਤਾ ਮਨਵਾਵੋ। ਇਹ ਸੀ ਮਹਾਰਾਜ ਨੂੰ ਡਰਾਉਣਾ ਚਾਹੁੰਦਾ ਜੀ। ਕਹਿਣ ਲੱਗਾ ਅਜੇ ਵੀ ਸਮਾਂ ਹੈ, ਨਹੀਂ ਤੇ ਫਿਰ ਅਜੇ ਵੀ ਰਿਸ਼ਤਾ ਮੰਨ ਲਓ, ਨਹੀਂ ਤੇ ਗਰਮ ਪਾਣੀ 'ਚ ਬਹਿਣਾ ਪਏਗਾ। ਆਖੋ ਵਾਹਿਗੁਰੂ ਵਾਹਿਗੁਰੂ ਹਾਂਜੀ। ਸੁਨੀ ਦੁਸ਼ਟ ਕੀ ਆਇਸ ਜਬੈ। ਜਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਦੁਸ਼ਟ ਦੀ ਇਹ ਗੱਲ ਸੁਣੀ ਜੀ, ਪਾਪੀ ਦੇ ਮੁਖੋਂ ਇਹ ਗੱਲ ਸੁਣੀ, ਜਲ ਭਰ ਦੇਗ ਚੜਾਏ ਸਤਬੈ। ਮਹਾਰਾਜ ਸ਼ਾਂਤ ਰਹੇ ਜੀ। ਉਧਰੋਂ ਇੱਕ ਵੱਡਾ ਦੇਗ ਬਰ ਲਿਆਂਦਾ ਜੀ, ਵੱਡੀ ਦੇਗ ਲਿਆਂਦੀ ਜੀ। ਉਹਦੇ 'ਚ ਪਾਣੀ ਭਰਿਆ ਗਿਆ, ਥੱਲੇ ਲੱਕੜਾਂ ਲਾ ਕੇ ਅੱਗ ਲਾ ਦਿੱਤੀ ਗਈ ਜੀ। ਸਮਧਾ ਬਾਰ ਬਾਰ ਤਪਤਾਇਓ। ਬਹੁਤ ਅੱਗ ਬਾਲ ਕੇ ਉਹ ਪਾਣੀ ਤਪਾ ਦਿੱਤਾ ਜੀ। ਪਾਣੀ ਉਬਾਲੇ ਮਾਰਨ ਲੱਗਾ ਜੀ। ਬਾਰ ਬਾਰ ਲਿਹੁ ਮਾਨ ਸੁਨਾਇਓ। ਤੇ ਦੁਸ਼ਟ ਲਾਗੇ ਖਲੋਤਾ ਗੁਰੂ ਜੀ ਨੂੰ ਬਾਰ ਬਾਰ ਕਹਿੰਦਾ ਮੇਰੀ ਗੱਲ ਮੰਨ ਲਓ, ਮੇਰੀ ਗੱਲ ਮੰਨ ਲਓ। ਸੁਨ ਸਤਿਗੁਰ ਕੁਛ ਹਿਰਦੇ ਨਾ ਆਨੀ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਦੀ ਗੱਲ ਸੁਣੀ ਨਹੀਂ ਜੀ। ਗੱਜ ਕੇ ਆਖੋ ਹਾਂ। ਕੱਲ ਸੰਪੂਰਨਤਾ ਤੇ ਹੁਕਮਨਾਮਾ ਆਇਆ ਸੀ, ਸੰਤਨ ਅਬਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਖ ਸੁਆਮੀ ਹਾਂਜੀ। ਚਿਤੈ ਸਰਾਪ ਕਾਨਾ ਬ੍ਰਹਮ ਗਿਆਨੀ। ਕਹਿਓ ਬਾਕ ਹਮਕੋ ਡਰ ਪਾਵੈ। ਜਿਮ ਪੂਰਬ ਤਿਮ ਹੀ ਬਨ ਆਵੈ। ਹਜੂਰ ਮਹਾਰਾਜ ਗਰੀਬ ਨਵਾਜ ਸਾਰੀ ਗੱਲ ਜਾਣਦੇ ਵੀ ਕੀ ਬਣਨਾ ਹੈ। ਸ਼ਾਂਤ ਰਹਿ ਗਏ ਮਹਾਰਾਜ ਹਾਂਜੀ। ਨਹਿ ਤੁਵ ਦੋਹਿਤਾ ਲੈ ਕਬ ਨਾਤਾ। ਚਿਤ ਜੇ ਚਹਿਤ ਪ੍ਰਾਨ ਕਰ ਘਾਤਾ। ਬਾਰ ਬਾਰ ਕਹਿੰਦਾ ਅੱਗ 'ਚ ਬਿਠਾਵਾਂਗਾ, ਅੱਗ 'ਚ ਬਿਠਾਵਾਂਗਾ। ਤੇ ਫਿਰ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ। ਪ੍ਰੇਮ ਨਾਲ ਕਹੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਕਹਿਣ ਲੱਗੇ ਤੂੰ ਸਾਨੂੰ ਡਰਾਉਣਾ। ਕਹਿਣ ਲੱਗੇ ਅਸੀਂ ਪਹਿਲਾਂ ਹੀ ਕਿਹਾ ਹੈ, ਜੋ ਤੂੰ ਕਰਨਾ ਕਰ ਲਾ, ਰਿਸ਼ਤਾ ਨਹੀਂ ਲਵਾਂਗੇ। ਕਹਿਣ ਲੱਗੇ ਸੰਗਤ ਨੇ ਮਨਾ ਕਰਤਾ, ਰਿਸ਼ਤਾ ਨਹੀਂ ਲੈਣਾ। ਜੇ ਤੂੰ ਸਾਡੇ ਪ੍ਰਾਣ ਵੀ ਖਤਮ ਕਰਨਾ ਚਾਹੁੰਦਾ ਹੈ ਤੇ ਇਹ ਵੀ ਕਰਕੇ ਵੇਖ ਲੈ, ਪਰ ਸੰਗਤ ਦਾ ਬਚਨ ਨਹੀਂ ਮੋੜਨਾ ਹਾਂਜੀ। ਜਿਤੀ ਅਵਗਿਆ ਕਰੈ ਦੁਖਾਵੇ। ਜਿੰਨੀ ਅਵਗਿਆ ਕਰੇਗਾ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਚੰਦੂ ਚੇਤਾ ਰੱਖੀ, ਓਨਾ ਹੀ ਦੁੱਖ ਪਾਵੇਂਗਾ ਹਾਂਜੀ। ਤਿਤੋ ਅੰਤ ਦੁੱਖ ਲਹਿ ਪਛਤਾਵੇ। ਓਨਾ ਹੀ ਅੰਤਮ ਸਮੇਂ ਤੈਨੂੰ ਦੁੱਖ ਹੋਏਗਾ। ਕਹਿਣ ਲੱਗੇ
ਕਈ ਵਾਰੀ ਬੰਦਾ ਪਾਪ ਕਰੀ ਜਾਂਦਾ ਹੈ ਵੀ ਮੇਰਾ ਕੀ ਬਣਨਾ। ਪਰ ਪਿਆਰਿਓ, ਸਾਰੇ ਪਾਪਾਂ ਦਾ ਹਿਸਾਬ ਅੰਤਮ ਸਮੇਂ ਜਾ ਕੇ ਹੁੰਦਾ ਜੇ। ਕ੍ਰੋਧ ਬਸੀ ਹੋਏ ਜਿਮ ਅਗ ਹਰਤਾ। ਹੁਣ ਜਦੋਂ ਮਹਾਰਾਜ ਨੇ ਇਹ ਬਚਨ ਕੀਤੇ, ਦੁਸ਼ਟ ਨੂੰ ਹੋਰ ਗੁੱਸਾ ਚੜ ਗਿਆ ਜੀ। ਪਰ ਹੈ ਨਰਕ ਜਮ ਫਾਸੀ ਧਰਤਾ। ਐ ਜਮਾਂ ਦੀ ਫਾਹੀ ਪੈਣ ਲਈ ਤਿਆਰ ਹੈ ਜੀ, ਨਰਕਾਂ ਚ ਜਾਣ ਵਾਸਤੇ ਤਿਆਰ ਹੈ। ਕਹਿ ਚੰਦੂ ਅਬ ਗਿਆਨ ਸੁਨਾਵਤ। ਮਹਾਰਾਜ ਨੂੰ ਕਹਿਣ ਲੱਗਾ, ਹੁਣ ਗਿਆਨ ਸੁਣਾਉਂਦੇ। ਉਹ ਕਹਿਣ ਲੱਗਾ, ਹਾਂਜੀ। ਕੂਕਰ ਕਹਿਓ ਨਾ ਤਬ ਡਰ ਪਾਵਤ। ਜਦੋਂ ਕੁੱਤਾ ਆਖਿਆ ਗਿਆ ਸੀ ਉਦੋਂ ਕਿਉਂ ਨਹੀਂ ਡਰ ਲੱਗਾ? ਤੇ ਮਹਾਰਾਜ ਤੇ ਹੁਣ ਵੀ ਨਹੀਂ ਡਰੇ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਤਿਸ ਕੋ ਫਲ ਅਬ ਲੇਹੋ ਮਹਾਨਾ। ਦੇਉ ਸਜਾਏ ਪ੍ਰਾਨ ਕਰਹਾਨਾ। ਗੁਰੂ ਭਨਿਓ ਜੇ ਨਹਿ ਤਬ ਕਹਿਓ। ਤਉ ਕਹਿਓ ਜੈਸੋ ਕਰ ਚਾਹਿਓ। ਮਹਾਰਾਜ ਨੇ ਫਿਰ ਚੰਦੂ ਨੂੰ ਕਿਹਾ। ਮਹਾਰਾਜ ਕਹਿੰਦੇ, ਚੰਦੂ ਜਦੋਂ ਦੀ ਗੱਲ ਕਰਦਾ ਉਦੋਂ ਤੇ ਨਹੀਂ ਸੀ ਕਿਹਾ, ਪਰ ਹੁਣ ਕਹਿੰਦੇ ਆ, ਕਹਿਣ ਲੱਗੇ ਤੇਰੇ ਮੁਖ ਤੇ ਕਹਿੰਦੇ ਆ। ਸਾਧ ਸੰਗਤ ਜੀ, ਇਹਨੇ ਕਿਹਾ ਸੀ ਵੀ ਕੁੱਤਾ ਬਣ ਕੇ ਤੁਹਾਡੇ ਮਗਰ ਪੈ ਜਾਵਾਂਗਾ, ਤੇ ਸਤਿਗੁਰਾਂ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਫਿਰ ਚੇਤਾ ਰੱਖੀ, ਕੁੱਤੇ ਦੀ ਮੌਤ ਭੈੜੀ ਹੁੰਦੀ ਹੈ। ਕਹਿਣ ਲੱਗੇ ਚੇਤਾ ਰੱਖੀ। ਕਹਿਣ ਲੱਗੇ ਬੜੇ ਕੁੱਤਿਆਂ ਦੀ ਮੌਤ ਭੈੜੀ ਹੁੰਦੀ। ਤੁਸੀਂ ਵੇਖੋ ਕਈਆਂ ਦਾ ਸੜਕ ਦੇ ਵਿੱਚ ਜਦੋਂ ਮਰਦੇ ਆ, ਉੱਤੇ ਹੀ ਗੱਡੀਆਂ ਚੱਲੀਆਂ ਜਾਂਦੀਆਂ ਨੇ, ਮਾਸ ਟਾਇਰਾਂ ਨੂੰ ਲੱਗ ਲੱਗ ਕੇ ਚਲੇ ਜਾਂਦਾ ਜੀ। ਹਾਂਜੀ। ਕਹਿ ਚਾਕਰ ਸੋ ਦੇਗ ਉਬਾਰੀ। ਇਹ ਦੁਸ਼ਟ ਕਹਿਣ ਲੱਗਾ ਆਪਣੇ ਨੌਕਰਾਂ ਨੂੰ, ਹਾਂਜੀ, ਪਕੜੋ ਦੇਹੋ ਤਿਸੀ ਮੈਂ ਡਾਰੀ। ਕਹਿੰਦਾ ਜਿਹੜਾ ਪਾਣੀ ਉਬਾਲਿਆ ਉਹਦੇ ਵਿੱਚ ਪਾ ਦਿਓ ਇਹਨਾਂ ਨੂੰ। ਹਾਂਜੀ। ਤਬ ਸਤਿਗੁਰ ਉੱਠ ਆਪੇ ਗਏ। ਆਖੋ ਧੰਨ ਗੁਰੂ ਅਰਜਨ ਦੇਵ ਜੀ। ਸੰਗਤ ਜੀ, ਏਡੀ ਵੱਡੀ ਗੱਲ ਹੈ, ਗੱਜ ਕੇ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਆਪੇ ਹੀ ਉੱਠ ਕੇ ਤੁਰ ਪਏ ਜੀ। ਕਿਸੇ ਸਿਪਾਹੀ ਨੂੰ ਹੱਥ ਨਹੀਂ ਲਾਉਣਾ ਪਿਆ। ਭਾਈ ਸੰਤੋਖ ਸਿੰਘ ਲਿਖਦੇ, ਤਬ ਸਤਿਗੁਰ ਉੱਠ ਆਪੇ ਗਏ। ਆਪੇ ਹੀ ਉੱਠ ਕੇ ਚਲੇ ਗਏ ਜੀ। ਹਾਂਜੀ। ਤਪਤ ਨੀਰ ਮੈਂ ਬੈਠਤ ਭਏ। ਗਰਮ ਗਰਮ ਪਾਣੀ ਵਿੱਚ ਸੱਚੇ ਪਾਤਸ਼ਾਹ ਗਰੀਬ ਨਵਾਜ, ਸੱਚੀ ਸਰਕਾਰ, ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਚੌਂਕੜਾ ਲਾ ਲਿਆ ਜੀ। ਉਸ ਦੇਗ ਨੂੰ ਤੇ ਹੱਥ ਨਹੀਂ ਲੱਗਦਾ ਹੋਏਗਾ ਜੀ। ਦੋ ਗੱਲਾਂ ਨੇ, ਜੇ ਤੁਸੀਂ ਧਿਆਨ ਨਾਲ ਸੋਚੋ, ਗੁਰੂ ਅਰਜਨ ਸਾਹਿਬ ਜੀ ਦੀ ਉਬਲਦੇ ਪਾਣੀ ਵਿੱਚ ਬੈਠਣ ਦੀ ਕਿਰਿਆ ਬਹੁਤੀ ਵੱਡੀ ਹੈ। ਆਪਾਂ ਕਹਿੰਦੇ ਮਹਾਰਾਜ ਤੱਤੀ ਤਵੀ ਤੇ ਬੈਠੇ ਹੈ, ਕੋਈ ਸ਼ੱਕ ਨਹੀਂ, ਸਤਿਗੁਰੂ ਤੱਤੀ ਤਵੀ ਦੇ ਉੱਤੇ ਬੈਠੇ ਹੈ। ਪਰ ਪਿਆਰਿਓ, ਤੱਤੀ ਤਵੀ ਨਾਲੋਂ ਵੀ ਉਬਲਦੀ ਦੇਗ ਦੇ ਵਿੱਚ ਬੈਠਣਾ ਕਿਤੇ ਜ਼ਿਆਦਾ ਔਖਾ ਕੰਮ ਹੈ ਜੀ। ਕਿਉਂ? ਤੱਤੀ ਤਵੀ ਵੀ ਗਰਮ ਹੋ ਗਈ ਅੱਗ ਨਾਲ, ਤੇ ਦੇਗ ਜਿਹੜੀ ਹੈ ਉਹਦਾ ਹੇਠਲਾ ਹਿੱਸਾ ਉਹ ਤੇ ਅੱਗ ਨਾਲ ਪਹਿਲਾਂ ਹੀ ਤਪਣ ਦਿਆ ਜੀ। ਤਵੀ ਵਰਗਾ ਤੋਂ ਪਹਿਲਾਂ ਹੀ ਹੈਗਾ ਜੀ। ਉਹ ਵੀ ਤਵੀ ਵਰਗਾ, ਤੇ ਉਤੋਂ ਉਬਲਦਾ ਪਾਣੀ। ਹੇ ਮੇਰੇ ਵਾਹਿਗੁਰੂ, ਬੜਾ ਹੀ ਔਖਾ ਕੰਮ ਹੈ। ਐਵੇਂ ਨਹੀਂ ਭਾਈ ਦਿਆਲਾ ਜੀ ਬੈਠੇ, ਗੁਰੂ ਜੀ ਨੇ ਆਪਣੇ ਤਨ ਤੇ ਪਹਿਲਾਂ ਹੰਢਾਇਆ ਸਾਰਾ ਕੁਝ ਜੀ। ਆਪ ਮਹਾਰਾਜ ਉੱਠੇ, ਉਸ ਉਬਲਦੀ ਦੇਗ ਨੂੰ ਫੜਨਾ, ਹੱਥ ਹੀ ਪਾਉਣਾ ਹੀ ਬੜੀ ਵੱਡੀ ਗੱਲ ਹੈ ਜੀ। ਧੂਆਂ ਉੱਡਦਾ ਹੈ, ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਉਤਰੇ ਪਾਣੀ ਦੇ ਵਿੱਚ, ਗਰਮ ਗਰਮ ਉਹਦਾ ਥੱਲਾ। ਸੱਚੇ ਪਾਤਸ਼ਾਹ ਉੱਥੇ ਬਹਿ ਗਏ, ਚੌਂਕੜਾ ਮਾਰ ਕੇ ਆਸੇ ਪਾਸੇ ਸਰੀਰ ਦੇ ਪਾਣੀ ਉਬਾਲੇ ਖਾ ਰਿਹਾ ਹੈ ਜੀ। ਬੜਾ ਹੀ ਔਖਾ ਕੰਮ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਹਾਕਾਰ ਸਿੱਖ ਕਰੈ। ਵੇਖੋ, ਅਸੀਂ ਤੇ ਸੋਚ ਕੇ ਬੈਰਾਗੀ ਹੋ ਜਾਂਦੇ ਆ, ਸੋਚ ਕੇ ਸੁਣ ਕੇ ਸੰਗਤਾਂ ਦੇ ਹੰਝੂ ਨਿਕਲ ਜਾਂਦੇ। ਤੇ ਜਿਹੜੇ ਸਿੱਖ ਉਸ ਸਮੇਂ ਸਾਹਮਣੇ
ਜਿਨ੍ਹਾਂ ਨੇ ਇਹ ਸੀਨ ਵੇਖਿਆ ਸੰਗਤ ਜੀ, ਉਹਨਾਂ ਨੇ ਕੀ ਨਹੀਂ, ਉਹ ਨਹੀਂ ਰੋਏ ਹੋਣਗੇ ਜੀ। ਹਾਹਾਕਾਰ ਕੀਤਾ, ਬੜਾ ਰੌਲਾ ਪਾਇਆ ਜੀ। ਜਦੋਂ ਮਹਾਰਾਜ ਉੱਠ ਕੇ ਉਬਲਦੀ ਦੇਗ 'ਚ ਬੈਠ ਗਏ ਨਾ ਜੀ, ਬਹੁਤ ਜ਼ਿਆਦਾ ਰੌਲਾ ਪਾਇਆ ਜੀ। ਹਾਂਜੀ। ਉੱਠਿਓ ਪਿਰਾਣਾ ਸ਼ਕਤ ਨਾ ਜਰੈ। ਭਾਈ ਪਿਰਾਣੇ ਨੇ ਉਹ ਸਭ ਰੱਸੀ ਰੁੱਸੀ ਖੋਲ ਦਿੱਤੀ ਜੀ, ਸ਼ਕਤੀ ਜਰੀ ਨਹੀਂ ਗਈ। ਭਾਈ ਪਿਰਾਣਾ ਜੀ ਉੱਠੇ ਇੱਕਦਮ ਜੀ। ਹਾਂਜੀ। ਗੁਰ ਦਿਸ਼ ਚੱਲਿਓ ਕਿ ਲਉ ਉਬਾਰੀ। ਮਹਾਰਾਜ ਵਾਲੇ ਪਾਸੇ ਚੱਲੇ ਵੀ ਮੈਂ ਮਹਾਰਾਜ ਨੂੰ ਦੇਗ ਚੋਂ ਬਾਹਰ ਕੱਢ ਦਿਆਂ। ਸੰਗਤ ਜੀ, ਉਬਲਦੇ ਪਾਣੀ 'ਚ ਮੇਰੇ ਨਾਲੋਂ ਜ਼ਿਆਦਾ ਇਸ ਕੰਮ ਦਾ ਐਕਸਪੀਰੀਅੰਸ ਮਾਵਾਂ ਨੂੰ ਹੈ। ਉਬਲਦੇ ਪਾਣੀ 'ਚ ਉਂਗਲ ਨਹੀਂ ਪਾਈ ਜਾਂਦੀ ਜੀ। ਉਬਲਦਾ ਪਾਣੀ ਹੱਥ ਤੇ ਪੈ ਜੇ ਛਾਲੇ ਹੋ ਜਾਂਦੇ ਆ। ਭਾਈ ਪਿਰਾਣਾ ਜੀ ਛੇਤੀ ਨਾਲ ਗਏ। ਅੱਗ ਦੇ ਭਾਂਬੜ ਮੱਚ ਰਹੇ ਆ, ਧੂੰਆਂ ਉੱਡ ਰਿਹਾ ਤੇ ਮਹਾਰਾਜ ਵਿੱਚ ਬੈਠੇ ਆ। ਭਾਈ ਪਿਰਾਣਾ ਜੀ ਸੱਚੇ ਪਾਤਸ਼ਾਹ ਜੀ ਵਾਲੇ ਪਾਸੇ ਗਏ ਜੀ। ਹਤੋਂ ਦੁਸ਼ਟ ਚੰਦੂ ਦੁਰਚਾਈ। ਮਹਾਰਾਜ ਨੂੰ ਬਚਾਵਾਂ ਤੇ ਦੁਸ਼ਟ ਚੰਦੂ ਨੂੰ ਮਾਰ ਹੀ ਦਿਆਂ। ਭਾਈ ਪਿਰਾਣਾ ਜੀ ਨੇ ਸੋਚ ਲਿਆ, ਸਾਡੇ ਸਾਹਮਣੇ ਕੋਈ ਗੁਰੂ ਦੀ ਬੇਅਦਬੀ ਕਰੇ, ਅਸੀਂ ਜਰ ਸਕਦੇ ਹਾਂ ਜੀ। ਭਾਈ ਪਿਰਾਣਾ ਜੀ ਨੇ ਫੁਰਨਾ ਬਣਾਇਆ ਵੀ ਮੈਂ ਮਾਰ ਹੀ ਦੇਣਾ ਚੰਦੂ ਨੂੰ। ਤਬ ਹੈ ਸਿਪਾਹੀ ਗਹਿ ਕਰ ਸੋਟਾ। ਉਸੇ ਵੇਲੇ ਸਿਪਾਹੀਆਂ ਨੇ ਹੱਥ 'ਚ ਜਿਨ੍ਹਾਂ ਨੇ ਸੋਟੇ ਫੜੇ ਹੋਏ ਸਨ, ਦੋਏ ਤ੍ਰੈ ਹਤੇ ਜਾਤ ਕੋ ਹੋਟਾ। 2-3 ਸੋਟੇ ਵੱਡੇ ਵੱਡੇ ਲੱਕ 'ਚ ਮਾਰੇ ਜੀ ਭਾਈ ਪਿਰਾਣਾ ਜੀ ਦੇ ਜੀ। ਹਾਂਜੀ। ਸਤਿਗੁਰ ਕਹਿਓ ਨਾ ਆਵੋ ਤੀਰ। ਮਹਾਰਾਜ ਵਾਹਿਗੁਰੂ ਉਬਲਦੀ ਦੇਗ 'ਚ ਬੈਠੇ, ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਫਿਰ ਬੇਨਤੀ ਕਰਾਂ, ਤੱਤੀ ਤਵੀ ਤਾਂ ਕੱਲੀ ਗਰਮ ਹੈ ਪਿਆਰਿਓ। ਉਬਲਦੀ ਦੇਗ ਪਹਿਲਾਂ ਹੀ ਗਰਮ ਹੈ। ਤਵਾ ਵੀ ਲੋਹੇ ਦਾ, ਦੇਗ ਵੀ ਤਾਂਬੇ ਦੀ ਹੈ। ਹਾਂਜੀ, ਧਾਤ ਤਾਂ ਹੈ ਹੀ ਹੈ ਤੇ ਉੱਤੋਂ ਉਬਲਦਾ ਪਾਣੀ ਹੈ ਜੀ। ਪਿਆਰਿਓ, ਸੱਚੇ ਪਾਤਸ਼ਾਹ ਵਿੱਚ ਬੈਠੇ ਮਹਾਰਾਜ ਗਰੀਬ ਨਵਾਜ ਜੀ ਨੇ ਬਚਨ ਕੀਤਾ ਜੀ। ਸਤਿਗੁਰ ਕਹਿਓ ਨਾ ਆਵੋ ਤੀਰ। ਮਹਾਰਾਜ ਭਾਈ ਪਿਰਾਣਾ ਜੀ ਨੂੰ ਕਹਿਣ ਲੱਗੇ, ਪੁਰਾਣੇ ਨੇੜੇ ਨਾ ਆ, ਕਹਿਣ ਲੱਗੇ ਸਾਡੇ ਲਾਗੇ ਨਾ। ਪਰ ਹੈ ਦੁਸ਼ਟ ਜਰ ਖਾਰੇ ਨੀਰ। ਮਹਾਰਾਜ ਕਹਿਣ ਲੱਗੇ, ਇਹ ਅਸੀਂ ਨਹੀਂ ਬੈਠੇ ਉਬਲਦੀ ਦੇਗ ਵਿੱਚ, ਦੁਸ਼ਟ ਦੀ ਜੜ ਖਾਰੇ ਪਾਣੀ ਵਿੱਚ ਚਲੇ ਗਈ। ਕਹਿਣ ਲੱਗੇ ਇਹਨੇ ਆਪਣੀਆਂ ਜੜ੍ਹਾਂ 'ਚ ਖਾਰਾ ਪਾਣੀ ਪਾ ਲਿਆ। ਜਿਸ ਪੌਦੇ ਰੁੱਖ ਦੀਆਂ ਜੜ੍ਹਾਂ 'ਚ ਖਾਰਾ ਪਾਣੀ ਚਲੇ ਜੇ ਨਾ ਸੰਗਤ ਜੀ, ਉਹ ਨਹੀਂ ਪੌਦਾ ਬਚਦਾ ਜੀ। ਵੇਖੋ, ਜਿੱਥੇ ਬਹਿ ਕੇ ਆਮ ਬੰਦਾ ਚੀਕਾਂ ਮਾਰੇਗਾ ਨਾ, ਗੁਰੂ ਅਰਜਨ ਦੇਵ ਜੀ ਉੱਥੇ ਬੈਠੇ ਆਰਾਮ ਨਾਲ ਬਚਨ ਕਰਨ ਦਾ ਇਹ ਹੈ ਜੀ। ਇਹ ਹੈ ਸਤਿਗੁਰੂ। ਹਮ ਤੋ ਤਜੈ ਆਪਣੇ ਪ੍ਰਾਨ। ਪ੍ਰਾਣੇ, ਅਸੀਂ ਤਾਂ ਆਪਣਾ ਸਰੀਰ ਛੱਡਣਾ ਹੀ ਹੈ, ਪ੍ਰਾਣ ਛੱਡਣੇ ਹੀ ਹੈ। ਲੇਹੋ ਸਾਸਨਾ ਤੁਮ ਕਿਉਂ ਆਨ। ਤੂੰ ਕਿਉਂ ਸੋਟੇ ਖਾ ਰਿਹਾ। ਕਹਿਣ ਲੱਗੇ ਬੜਾ ਅਮੀਰ ਸੀ ਭਾਈ ਪਿਰਾਣਾ, ਤੂੰ ਕਿਉਂ ਸੋਟੇ ਖਾ ਰਿਹਾ। ਹਾਂਜੀ। ਖਰਿਓ ਦੂਰ ਕਰ ਜੋਰ ਪਿਰਾਣਾ। ਭਾਈ ਪਿਰਾਣਾ ਬਰਦਾਸ਼ਤ ਥੋੜੀ ਹੁੰਦਾ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਲੰਗਾ ਜੀ, ਪੈੜਾ ਜੀ, ਬਰਦਾਸ਼ਤ ਥੋੜੀ ਹੋ ਰਿਹਾ ਜੀ ਸਭ ਕੁਝ ਵੇਖ ਕੇ। ਭਾਈ ਪਿਰਾਣਾ ਹੱਥ ਜੋੜ ਕੇ ਸਾਹਮਣੇ ਖਲੋ ਗਿਆ। ਮੈਂ ਫਿਰ ਬੇਨਤੀ ਕਰਾਂ, ਸਾਡੇ ਸਾਹਮਣੇ ਇਹ ਸੀਨ ਵਰਤਿਆ ਹੋਵੇ, ਬਹੁਤ ਸਾਰੇ ਸਿੱਖ ਸਾਡੇ ਵਿੱਚੋਂ ਆਪਣਾ ਸਰੀਰ ਤਿਆਗਣ ਲਈ ਤਿਆਰ ਹੋ ਜਾਣਗੇ ਜੀ। ਅਸੀਂ ਐਡੀ ਵੱਡੀ ਬੇਅਦਬੀ ਨਹੀਂ ਵੇਖ ਸਕਦੇ ਜੀ। ਸ਼ਕਤ ਦਿਖਾਵਨ ਹੇਤ ਪਰਾਣਾ। ਭਾਈ ਪਿਰਾਣਾ ਜੀ ਦੂਰ ਖਲੋਤੇ ਹੱਥ ਜੋੜ ਕੇ ਸ਼ਕਤੀ ਵਿਖਾਉਣਾ ਚਾਹੁੰਦੇ ਆ ਜੀ। ਤੁਸੀਂ ਸੁਣਿਆ ਨਾ, ਭਾਈ ਪਿਰਾਣਾ ਜੀ ਚਾਹੁੰਦੇ ਵੀ ਮੈਂ ਚੰਦੂ ਨੂੰ ਮਾਰ ਹੀ ਦਿਆਂ। ਹਾਂਜੀ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ। ਭਾਈ ਪਿਰਾਣਾ ਜੀ ਵੀਰ ਰਸ 'ਚ ਵੀ ਆਏ ਆ ਤੇ ਬੈਰਾਗ ਵੀ ਕਰ ਰਹੇ ਆ। ਹੇ ਰੱਬ ਜੀ, ਮਹਾਰਾਜ ਮੇਰੇ ਕੋ ਰਿਹਾ ਨਹੀਂ ਜਾ ਰਿਹਾ, ਮੇਰੇ ਕੋ ਵੇਖਿਆ ਨਹੀਂ ਜਾ ਰਿਹਾ। ਰਾਵਰ ਕੋ ਏਤਿਕ ਦੁੱਖ ਹੋਤੇ। ਆਪ ਜੀ ਦੇ ਸਰੀਰ ਨੂੰ ਇੰਨਾ ਦੁੱਖ ਝੱਲਣਾ ਪੈ ਰਿਹਾ। ਹਾਂਜੀ। ਦਿੱਲੀ ਲਵਪੁਰ ਨਗਰ ਵਿਸਾਲੇ। ਦਿੱਲੀ ਤੇ ਲਾਹੌਰ ਦੋਵੇਂ ਹੀ ਇਹਨਾਂ ਦਾ ਦੋਵੇਂ ਵੱਡੇ ਨਗਰ ਨੇ ਇਹਨਾਂ ਦੇ। ਅਬ ਲੇਵੋ ਨਿਜ ਹੱਥ ਉਠਾਲੇ। ਸੱਚੇ ਪਾਤਸ਼ਾਹ ਹੁਣੇ ਹੀ ਦੋਵੇਂ ਆਪਣੇ ਹੱਥਾਂ ਵਿੱਚ ਚੁੱਕ ਕੇ ਦੋਹਨ ਪਿਰਾਵੋਂ ਜਿਉਂ ਕਰ ਤਾਰੀ। ਤੇ ਜਿਵੇਂ ਕਰ ਤਾਰੀ ਤਾੜੀ ਮਾਰੀ ਦੀ ਹੈ ਨਾ,
ਉਵੇਂ ਦੋਵਾਂ ਨੂੰ ਮੈਂ ਟਕਰਾ ਦਿਆਂ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ। ਅੰਦਾਜ਼ਾ ਲਾਓ, ਜਿਸ ਸਤਿਗੁਰੂ ਦੇ ਸਿੱਖਾਂ ਵਿੱਚ ਇੰਨੀ ਤਾਕਤ, ਉਹ ਗੁਰੂ ਜੀ ਵਿੱਚ ਕਿੰਨੀ ਤਾਕਤ ਹੋਏਗੀ ਜੀ। ਭਾਈ ਪੁਰਾਣਾ ਜੀ ਕਹਿੰਦੇ ਦਿੱਲੀ ਤੇ ਲਾਹੌਰ ਦੀ ਟੱਕਰ ਮਰਵਾ ਦਿਆਂ ਸੱਚੇ ਪਾਤਸ਼ਾਹ। ਦਿਉ ਨਾਸ ਕਰ ਲੱਗੈ ਨਾ ਬਾਰੀ। ਮਹਾਰਾਜ ਚੰਦੂ ਛੱਡੋ, ਦਿੱਲੀ ਤੇ ਲਾਹੌਰ ਸਾਰਾ ਹੀ ਨਾਸ ਕਰਦੇ ਆ। ਹਾਂਜੀ, ਕਿਉਂ ਇਤਨੇ ਦੁੱਖ ਸਹੋ ਗੁਸਾਈ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਉਂ ਇਹਨਾਂ ਦੁੱਖ ਸਹਿ ਰਹੇ ਹੋ? ਦੇਹੋ ਸ਼ਾਰਤ ਮੁਖ ਕਹੋ ਨਾ ਕਾਈ। ਮਹਾਰਾਜ ਮੁਖੋਂ ਵੀ ਨਾ ਕਹੋ, ਇਸ਼ਾਰਾ ਕਰੋ। ਇਸ਼ਾਰਾ, ਤੁਹਾਡਾ ਇਸ਼ਾਰਾ ਵੇਖਦਿਆਂ ਹੀ ਮੈਂ ਸਾਰਾ ਕੰਮ ਕਰ ਦੇਣਾ ਜੀ। ਸਮਰੱਥਾ ਵਾਲੇ ਸਿੱਖ ਨੇ, ਸਾਡੇ ਵਰਗੇ ਗੱਲਾਂ ਵਾਲੇ ਨਹੀਂ ਹੈਗੇ, ਕਮਾਈਆਂ ਵਾਲੇ ਨੇ, ਬਾਣੀ ਪੜਨ ਵਾਲੇ ਨੇ ਜੀ। ਹਾਂਜੀ, ਸੁਨ ਸਤਿਗੁਰ ਕਹਿ ਕਿਹਤੇ ਪਾਈ। ਵੇਖੋ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ 'ਚ ਬੈਠੇ ਆ, ਉਬਲਦੀ ਦੇਗ 'ਚ ਬੈਠੇ ਹੀ ਬਚਨ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਮੈਂ ਫਿਰ ਬੇਨਤੀ ਕਰਾਂ, ਆਮ ਬੰਦਾ ਉੱਥੇ ਬਹਿ ਕੇ ਚੀਕਾਂ ਹੀ ਮਾਰੇਗਾ, ਗੱਲ ਨਹੀਂ ਉਹਦੇ ਕੋਲ ਆਉਣੀ ਜੀ। ਗਰਮ ਪਾਣੀ ਹੈ, ਥੋੜਾ ਜਿਹਾ ਅੰਦਾਜ਼ਾ ਉਹਨੂੰ ਹੋਏਗਾ। ਜਿਹੜਾ ਕਿਤੇ ਗਰਮ ਪਾਣੀ ਨਾਲ ਨਹਾਉਂਦਾ ਹੋਏਗਾ ਤੇ ਪਿਆਰਿਓ, ਕਿਤੇ ਬਹੁਤਾ ਹੀ ਗਰਮ ਪਾਣੀ ਸਰੀਰ ਤੇ ਪੈ ਜੇ ਤੇ ਇੱਕ ਵਾਰੀ ਤਰਾਹ ਨਿਕਲ ਜਾਂਦੇ ਬੰਦੇ ਦੇ ਜੀ। ਉਸ ਉਬਲਦੀ ਦੇਗ ਵਿੱਚ ਬੈਠੇ ਮਹਾਰਾਜ ਕਹਿੰਦੇ ਪੁਰਾਣਿਆ, ਇੰਨੀ ਸ਼ਕਤੀ ਕਿੱਥੋਂ ਆਈ ਤੇਰੇ ਵਿੱਚ? ਹਾਂਜੀ, ਜੇ ਚਾਹਤ ਅਬ ਸ਼ਕਤ ਦਿਖਾਈ। ਜਿਹੜੀ ਸ਼ਕਤੀ ਤੂੰ ਵਿਖਾ ਰਿਹਾ, ਮਹਾਰਾਜ ਕਹਿੰਦੇ ਵਿਖਾਉਣੀ ਚਾਹੁੰਦਾ, ਕਿੱਥੋਂ ਆਈ ਹੈ ਸ਼ਕਤੀ? ਸੁਨਹੁ ਗੁਰੂ ਕਰ ਸੇਵ ਤੁਮਾਰੀ। ਹਾਂਜੀ, ਭਇਓ ਕਿਰਪਾ ਤੇ ਪਰਾਕਰਮ ਭਾਰੀ। ਤੇ ਭਾਈ ਪੁਰਾਣਾ ਕਹਿੰਦਾ ਮਹਾਰਾਜ ਤੁਹਾਡੀ ਸੇਵਾ ਕਰਕੇ ਹੀ ਆਈ ਹੈ। ਤੁਹਾਡੇ ਚਰਨਾਂ 'ਚ ਰਹਿ ਕੇ ਬਖਸ਼ਿਸ਼ਾਂ ਮਿਲਦੀਆਂ ਨੇ ਸੰਗਤ ਜੀ ਸਿੱਖਾਂ ਨੂੰ। ਹਾਂਜੀ, ਚੰਦੂ ਦੁਸ਼ਟ ਮੂੜ ਕਿਆ ਆਹ, ਨਾਸੋਂ ਤੁਰਕ ਨਾਮ ਨਹਿ ਰਹੈ। ਗੱਜ ਕੇ ਆਖੋ ਮਹਾਰਾਜ ਚੰਦੂ ਕੀ ਹੈ? ਤੁਹਾਡੀ ਮਿਹਰ ਨਾਲ ਇੰਨੀ ਤਾਕਤ ਹੈਗੀ ਹੈ, ਸਾਰੀ ਦੀ ਸਾਰੀ ਤੁਰਕ ਕੌਮ ਨੂੰ ਹੀ ਨਾਸ ਕਰਦੇ ਆ ਮਹਾਰਾਜ। ਇੱਕ ਸਿੱਖ 'ਚ ਇੰਨੀ ਤਾਕਤ ਹੈਗੀ ਜੀ। ਹਾਂਜੀ, ਜਿਨ ਕੇ ਰਾਜ ਮਹਾ ਅਨਿਆਏ। ਜਿਨ੍ਹਾਂ ਦੇ ਰਾਜ 'ਚ ਤੁਹਾਡੇ ਉੱਤੇ ਇਸ ਤਰ੍ਹਾਂ ਹੋ ਰਿਹਾ। ਹਾਂਜੀ, ਤੁਮ ਸਮ ਕੋ ਅਸ ਹੋਤ ਸਜਾਏ। ਸੱਚੇ ਪਾਤਸ਼ਾਹ ਤੁਹਾਡੇ ਵਰਗਿਆਂ ਨੂੰ ਐਸੀ ਸਜ਼ਾ ਮਿਲ ਰਹੀ ਹੈ। ਹਾਂਜੀ, ਗੁਰ ਕਹਿਓ ਜਿਨ ਕੀ ਕਰ ਸੇਵਾ। ਮਹਾਰਾਜ ਗੁਰੂ ਅਰਜਨ ਸਾਹਿਬ ਵੇਖੋ, ਬਾਹਰ ਖਲੋਤੇ ਭਾਈ ਪਿਰਾਣਾ ਜੀ ਤੜਪ ਰਹੇ ਐ, ਉਬਲਦੀ ਦੇਗ 'ਚ ਬੈਠੇ ਐ, ਹੇਠਲਾ ਹਿੱਸਾ ਗਰਮ ਹੈ, ਅੱਗ ਵਰਗਾ ਸੜ ਰਿਹਾ ਹੋਏਗਾ ਸਾਧ ਸੰਗਤ ਜੀ। ਮਹਾਰਾਜ ਵਿੱਚ ਬੈਠੇ ਐ। ਮਹਾਰਾਜ ਕਹਿੰਦੇ ਪੁਰਾਣਿਆ, ਜਿਸ ਗੁਰੂ ਦੀ ਸੇਵਾ ਕਰਕੇ ਲਈ ਸ਼ਕਤ ਧਾਰਤ ਅਹਮ ਮੇਵਾ। ਤੈਨੂੰ ਇੰਨੀ ਸ਼ਕਤੀ ਮਿਲੀ ਹੈ ਤੇ ਤੂੰ ਮਾਣ ਕਰ ਰਿਹਾ, ਕਹਿਣ ਲੱਗੇ। ਹਾਂਜੀ, ਤਿੰਨ ਮੋਹ ਸ਼ਕਤ ਆਹ ਕਿ ਨਾਹੀ। ਉਸ ਗੁਰੂ 'ਚ ਨਹੀਂ ਸ਼ਕਤੀ ਹੈਗੀ, ਮਹਾਰਾਜ ਕਹਿਣ ਲੱਗੇ। ਇਹ ਦੱਸ ਵੀ ਉਸ ਸਤਿਗੁਰੂ ਵਿੱਚ ਤਾਕਤ ਨਹੀਂ ਹੈਗੀ? ਕਿਮ ਜਾਣਤ ਆਪਣੇ ਮਨ ਮਾਹੀ। ਇਹ ਆਪਣੇ ਮਨ 'ਚ ਵਿਚਾਰ ਕਰਕੇ ਦੱਸ ਵੀ ਗੁਰੂ 'ਚ ਤਾਕਤ ਨਹੀਂ ਹੈਗੀ। ਹਾਂਜੀ, ਜੇ ਜਾਣਤ ਤੂਸ਼ਨ ਕਰ ਰਹੋ। ਤੇ ਜੇ ਪਤਾ ਹੈ ਵੀ ਮੇਰੇ ਗੁਰੂ 'ਚ ਤਾਕਤ ਹੈ ਤੇ ਪੁਰਾਣਿਆ ਸਾਹਮਣੇ ਖਲੋਤਾ ਚੁੱਪ ਕਰਕੇ ਹੀ ਵੇਖੀ ਜਾ। ਗੱਜ ਕੇ ਆਖੋ ਵਾਹਿਗੁਰੂ। ਦੋਵੇਂ ਗੱਲਾਂ ਨੇ। ਆਮ ਬੰਦੇ ਵਾਸਤੇ ਉਬਲਦੀ ਦੇਗ ਦੇ ਵਿੱਚ ਬਹਿਣਾ, ਉਹ ਪਾਣੀ ਸਹਾਰਨਾ, ਤਾਪ ਸਹਾਰਨਾ ਔਖਾ ਹੈ। ਸਿੱਖ ਵਾਸਤੇ ਆਪਣੇ ਗੁਰੂ ਦੀ ਏਡੀ ਵੱਡੀ ਬੇਅਦਬੀ ਹੁੰਦੀ ਵੇਖ ਕੇ ਚੁੱਪ ਰਹਿਣਾ ਵੀ ਔਖਾ ਹੈ ਜੀ। ਬੜਾ ਦੁੱਖ ਮਨਾਇਆ। ਮਹਾਰਾਜ ਕਹਿੰਦੇ ਪੁਰਾਣਿਆਂ ਚੁੱਪ ਰਹਿ। ਬਾਬਾ ਬਿਧੀ ਚੰਦ, ਜੇਠਾ ਜੀ, ਲੰਗਾ ਜੀ, ਪੈੜਾ ਜੀ ਸਾਰੇ ਬਚਨ ਸੁਣ ਰਹੇ ਆ। ਬੈਠੇ ਪਿਖੋ ਨਹੀਂ ਕੁਛ ਕਹੋ। ਬਸ ਚੁੱਪ ਕਰਕੇ ਬਹਿ ਕੇ ਵੇਖੋ, ਬੋਲਣਾ ਨਹੀਂ ਕੁਛ ਕਹਿੰਦੇ। ਹਾਂਜੀ, ਨਾਹੇ ਤਾਂ ਸ਼ੂਸ਼ੋ ਹੀ ਰਹਿ ਜਾ ਹੈ। ਜੇ ਕੁਝ ਕੀਤਾ ਤੇ ਛੱਡੋ, ਜੇ ਹੁਣ ਕੁਝ ਬੋਲੇ ਵੀ ਨਾ ਤੇ ਜਿੰਨੀਆਂ ਸ਼ਕਤੀਆਂ ਨੇ ਖਾਲੀ ਕਰ ਦਿਆਂਗੇ, ਕਹਿਣ ਲੱਗੇ। ਮਹਾਰਾਜ ਖਾਲੀ ਵੀ ਕਰ ਦਿੰਦੇ ਆ।
ਹਾਂਜੀ। खोए शक्त को पुन पछता है। ਸ਼ਕਤੀ ਗਵਾ ਬਹੇਗਾ ਤੇ ਪਛਤਾਏਗਾ, ਮਹਾਰਾਜ ਕਹਿਣ ਲੱਗੇ। हमने ਇੱਥੇ ਸ਼ਕਤੀ ਦਾ ਅਰਥ ਹੈ ਬਖਸ਼ਿਸ਼ ਜੀ, ਮਿਹਰ, ਕਿਰਪਾ। ਹਾਂਜੀ, हमने इम ही कारण करना। ਬਸ ਆਹ ਗੱਲ ਬੜੀ ਵੱਡੀ ਗੁਰੂ ਅਰਜਨ ਦੇਵ ਮਹਾਰਾਜ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਆ, ਹਮਨੇ ਇਮ ਹੀ ਕਾਰਨ ਕਰਨਾ। ਪੁਰਾਣੇ ਇਹ ਸਾਡੀ ਖੇਡ ਹੈ, ਕਹਿਣ ਲੱਗੇ ਇਹ ਖੇਡ ਇਸ ਤਰ੍ਹਾਂ ਹੀ ਵਰਤਣੀ ਹੈ। ਹਾਂਜੀ, ਤੂੰ ਨਹਿ ਲਖੈ ਏਵ ਆਚਰਨਾ। ਤੂੰ ਇਹ ਗੱਲ ਨੂੰ ਨਹੀਂ ਸਮਝੇਗਾ, ਮਹਾਰਾਜ ਕਹਿੰਦੇ ਹਮਨੇ ਇਮ ਹੀ ਕਾਰਨ ਕਰਨਾ, ਅਸੀਂ ਇਸ ਤਰ੍ਹਾਂ ਹੀ ਸਰੀਰ ਤਿਆਗਣਾ ਹੈ। ਹਾਂਜੀ, ਪਰਮ ਬਿਸੂਰਤ ਤੂਸ਼ਨ ਹੋਵਾ। ਹੁਣ ਭਾਈ ਪਿਰਾਣਾ ਜੀ ਝੂਰਨ ਤੇ ਬੜਾ ਦੇ ਹੈ, ਪਰ ਵਸ ਨਹੀਂ ਚੱਲਦਾ। ਗੁਰੂ ਜੀ ਦੀ ਆਗਿਆ ਮੰਨਣਾ ਵੀ ਸਭ ਕੁਝ ਹੈਗਾ ਨਾ ਸਿੱਖ ਵਾਸਤੇ। ਚੁੱਪ ਨੇ, ਪਰ ਸੱਚੀ ਗੱਲ ਹੈ ਵੀ ਜਰ ਨਹੀਂ ਹੁੰਦਾ ਜੀ। ਹਾਂਜੀ, ਨੀਚ ਗਰੀਬ ਕਰ ਊਚ ਨਾ ਜੋਵਾ। ਪੰਜੇ ਸਿੱਖ ਧੌਣਾ ਨੀਵੀਆਂ ਕੀਤੀਆਂ ਸਾਹਮਣੇ ਮੁੱਖ ਕਰਕੇ ਕੀ ਵੇਖਣ? ਮਹਾਰਾਜ ਜੀ ਦੇ ਉਬਾਲੇ ਖਾਂਦੇ ਵੇਖਣ ਜੀ। ਬਹੁਤ ਬੈਰਾਗ ਆ ਰਿਹਾ ਸਿੱਖਾਂ ਨੂੰ। ਹਾਂਜੀ, ਬੈਠੇ ਸਤਿਗੁਰ ਦੇਗ ਮਝਾਰੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਬਲਦੀ ਦੇਗ ਵਿੱਚ ਬੈਠੇ ਆ। ਅੰਦਰ ਦੀ ਅਵਸਥਾ ਕੀ ਹੈ? ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਅੰਦਰ ਦੀ ਇਹ ਅਵਸਥਾ ਹੈ। ਹਾਂਜੀ, ਤਰੇ ਦੁਸ਼ਟ ਬਹੁ ਸਮਦਾ ਜਾਰੀ। ਹਾਂਜੀ। ਅਗਨ ਧਾਰ ਉਰ ਡਰ ਸਮਦਾਊ। ਕਿੱਥੇ ਕਰਿਓ ਬਿਪਰਜੈ ਆਪਨ ਸੁਭਾਊ। ਤੇ ਸਾਧ ਸੰਗਤ ਜੀ, ਤਰੇ ਦੁਸ਼ਟ ਬਹੁ ਸਮਦਾ ਜਾਰੀ। ਦੇਗ ਵਿੱਚ ਮਹਾਰਾਜ ਬੈਠੇ ਆ, ਪਾਣੀ ਉਬਲੰਦਿਆ, ਦੁਸ਼ਟ ਪਾਪੀ ਖਲੋਤਾ ਅੱਗ ਹੋਰ ਡਾਈ ਜਾਂਦਾ ਥੱਲੇ ਜੀ। ਕਹਿੰਦਾ ਹੋਰ ਡਾਓ। ਅਗਨ ਧਾਰ ਉਰ ਡਰ ਸਮਦਾਊ। ਕਹਿੰਦੇ ਅਗਨੀ ਵੀ ਡਰ ਗਈ। ਅੱਗ ਡਰ ਕੇ ਕਹਿੰਦੀ ਮਹਾਰਾਜ ਜੇ ਤੁਹਾਨੂੰ ਹੀ ਡਰਾਉਣਾ, ਵਾਹਿਗੁਰੂ ਤਪਾਉਣਾ ਹੈ, ਮੈਂ ਠੰਡੀ ਹੋ ਜਾਵਾਂ। ਕਹਿੰਦੇ ਮੈਂ ਮਹਾਂਪੁਰਖਾਂ ਕੋਲੋਂ ਸੁਣਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਬਚਨ ਕੀਤਾ ਸੀਗਾ। ਉਹ ਬਚਨ ਇਹ ਸੀ, ਅੱਗ ਨੂੰ ਕਿਹਾ ਅੱਗ ਜੇ ਤੂੰ ਹੀ ਠੰਡੀ ਹੋ ਗਈ ਤੇ ਲੋਕਾਂ ਦੇ ਘਰਾਂ 'ਚ ਚੁੱਲ੍ਹੇ ਕਿਵੇਂ ਬਲਣਗੇ? ਤੂੰ ਆਪਣਾ ਕੰਮ ਕਰ, ਅਸੀਂ ਆਪਣਾ ਕਰਨਾ ਹੈ। ਹਾਂ, ਦੋਹਰਾ ਕਿਤਕ ਕਾਲ ਬੈਠੇ ਰਹੇ, ਪੁਨ ਖਲ ਕਹਿ ਨਿਕਸਾਏ। ਕਿਤਕ ਦਾ ਅਰਥ ਹੁੰਦਾ ਕਾਫੀ ਸਮਾਂ ਜੀ, ਕਾਫੀ ਸਮਾਂ। ਜਿਸ ਉਬਲਦੀ ਦੇਗ ਦੇ ਵਿੱਚ ਆਮ ਬੰਦਾ 2 ਮਿੰਟ ਵੀ ਆਪਣੀ ਬਾਂਹ ਨਹੀਂ ਪਾ ਸਕਦਾ। ਬਾਂਹ ਪਾਏਗਾ ਤੁਹਾਨੂੰ ਪਤਾ ਮਾਸ ਦਾ ਹਾਲ ਹੀ ਨਹੀਂ ਰਹਿਣਾ ਕੁਛ। ਇੱਥੋਂ ਤੱਕ ਤੁਸੀਂ ਵੇਖਿਆ ਹੋਏਗਾ ਆਪਣੀ ਜ਼ਿੰਦਗੀ ਵਿੱਚ, ਠੰਡੇ ਪਾਣੀ 'ਚ ਜ਼ਿਆਦਾ ਸਮਾਂ ਹੱਥ ਰੱਖ ਲਈਏ ਨਾ ਜੀ, ਆ ਮਾਸ ਜਿਹੜਾ ਉਹ ਸਾਧ ਸੰਗਤ ਜੀ ਇਕੱਠਾ ਹੋਣ ਲੱਗ ਪੈਂਦਾ ਹੈ ਜੀ। ਉਂਗਲਾਂ ਦਾ ਮਾਸ ਠੰਡੇ ਪਾਣੀ 'ਚ ਹੱਥ ਪਾਇਆ ਜੀ, ਤੇ ਹੇ ਮੇਰੇ ਵਾਹਿਗੁਰੂ ਉਬਲਦਾ ਪਾਣੀ ਤੇ ਉਬਲਦਾ ਹੀ ਹੈ ਜੀ। ਕਾਫੀ ਸਮਾਂ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਰਹੇ। ਦੁਸ਼ਟ ਨੇ ਸਿਪਾਹੀਆਂ ਨੂੰ ਕਿਹਾ ਵੀ ਇਹਨਾਂ ਨੂੰ ਬਾਹਰ ਕੱਢ ਦਿਓ। ਚੰਦੂ ਦੁਸ਼ਟ ਲਾਗੇ ਖਲੋਤਾ ਵੇਖਦਾ ਵੀ ਇਹਨਾਂ ਚੀਕ ਵੀ ਨਹੀਂ ਮਾਰੀ ਇੱਕ ਵਾਰੀ, ਹਾਏ ਤੱਕ ਨਹੀਂ ਆਖਿਆ, ਇਹਨਾਂ ਉੱਤੇ ਅਸਰ ਹੀ ਨਹੀਂ ਹੋਇਆ ਮੇਰੇ ਇਸ ਤਸੀਹੇ ਦਾ। ਤੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਬਾਹਰ ਕੱਢਿਆ ਤੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਸਰੀਰ ਦਾ ਬਹੁਤਾ ਜਿਹੜਾ ਮਾਸ ਹੈ ਨਾ ਉਹ ਉੱਪਰੋਂ ਗਾਲੀ ਚੁੱਕਾ ਹੈ ਜੀ। ਅਜੇ ਰੇਤਾ ਪਾਉਣੀ ਦੁਸ਼ਟ ਨੇ ਤਵੀ ਤੇ ਬਿਠਾਉਣਾ। 75% ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸਰੀਰ ਸੀਗਾ ਉਹ ਦੁਸ਼ਟ ਨੇ ਡੈਮੇਜ ਕਰ ਦਿੱਤਾ ਸੀਗਾ ਜੀ। 75% ਸਰੀਰ। ਸਾਡੇ ਉੱਥੇ ਇਲਾਕੇ 'ਚ ਭਾਈ ਕਮਲਜੀਤ ਸਿੰਘ ਸੀਗੇ, ਉਹਨਾਂ ਉੱਤੇ ਕੇਸੀ ਇਸ਼ਨਾਨ ਕਰਨ ਲੱਗੇ ਸੀਗੇ ਤੇ ਗਰਮ ਪਾਣੀ ਸੀਗਾ, ਧਿਆਨ ਨਾ ਦਿੱਤਾ, ਪਾਣੀ ਜ਼ਿਆਦਾ ਗਰਮ ਸੀ, ਬੇਧਿਆਨੀ ਨਾਲ ਆਪਣੇ ਉੱਤੇ ਪਾ ਲਿਆ ਇੱਕਦਮ ਇਹਦੀ ਬਾਲਟੀ।
ਤੇ ਵਾਹਿਗੁਰੂ ਕਈ ਦਿਨ ਹੌਸਪੀਟਲ ਵਿੱਚ ਦਾਖਲ ਰਹੇ ਤੇ ਮਾਂ ਪਿਓ ਬਾਹਰ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਵੀ ਇਹਦੀ ਜਾਨ ਬਚ ਜੇ ਕਿਸੇ ਤਰੀਕੇ ਨਾਲ। ਤੇ ਮੈਂ ਵੇਖਿਆ ਜੀ ਉਹਨਾਂ ਨੂੰ, ਉਹਨਾਂ ਦੇ ਸਰੀਰ ਨੂੰ ਇਸ਼ਨਾਨ ਕਰਦਿਆਂ ਜਿਹੜਾ ਮਾਸ ਸੀ ਨਾ, ਮਾਸ ਸਭ ਉੱਤੋਂ ਇਕੱਠਾ ਹੋਇਆ ਤੇ ਚਿੱਟੇ ਰੰਗ ਦਾ ਹੋਇਆ ਸੀਗਾ ਜੀ, ਸੜਿਆ ਹੋਇਆ ਸੀ ਸਰੀਰ ਜੀ। ਜਦੋਂ ਮਹਾਰਾਜ ਬਾਹਰ ਆਏ ਹੈ, ਉੱਪਰਲਾ ਮਾਸ ਗਲ ਚੁੱਕਾ ਸੱਚੇ ਪਾਤਸ਼ਾਹ ਜੀ ਦਾ, ਸਰੀਰ ਤੇ ਛਾਲੇ ਹੋਏ ਹੈ, ਮੁਖ ਬਚਿਆ ਸਾਧ ਸੰਗਤ ਜੀ ਲਗਭਗ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਬਾਕੀ ਸਾਰਾ ਸਰੀਰ ਜਿਹੜਾ ਸੀਗਾ ਉਹ ਮਾਸ ਗਾਲੀ ਚੁੱਕਿਆ ਸੀਗਾ ਜੀ। ਤੇ ਮੈਂ ਫਿਰ ਬੇਨਤੀ ਕਰਾਂ, ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਦੂਜਾ ਕੋਈ ਨਹੀਂ ਕਰ ਸਕਦਾ ਜੀ। ਆਮ ਬੰਦੇ ਕੋ ਹੁੰਦੀ ਨਹੀਂ ਇੰਨੀ ਗੱਲ। ਮਹਾਰਾਜ ਜੀ ਦੀ ਸ਼ਹੀਦੀ ਦੀ ਕਥਾ ਸੁਣੀ ਜੀ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ, ਤੇ 15 ਪਾਠ ਸੁਖਮਨੀ ਸਾਹਿਬ ਦੇ ਰੋਜ਼ ਬਾਬਾ ਜੀ ਬੋਲ ਕੇ ਕਰਦੇ ਹੁੰਦੇ ਸੀਗੇ ਜੀ। ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਲੰਗਰ 'ਚ ਸੇਵਾ ਕਰਦੇ ਸੀ ਤੇ ਕਥਾ ਸੁਣ ਰਹੇ, ਤੇ ਕਥਾ ਸੁਣਦਿਆਂ ਮਹਾਰਾਜ ਦੇ ਚਰਨਾਂ 'ਚ ਸੁਰਤ ਜੁੜ ਗਈ ਵੀ ਕੈਸਾ ਉਹ ਸਮਾਂ ਹੋਏਗਾ। ਇੱਕ ਭਖਦਾ ਹੋਇਆ ਕੋਇਲਾ ਨਾ, ਲੰਗਰ 'ਚੋਂ ਭਖਦਾ ਹੋਇਆ ਕੋਲਾ ਫੜਿਆ, ਆਪਣੇ ਪੱਟ ਤੇ ਰੱਖ ਲਿਆ ਜੀ। ਉਹ ਕੱਪੜਾ ਕਛਹਿਰਾ ਸੜਿਆ ਪਹਿਲਾਂ, ਫਿਰ ਮਾਸ ਸੜਨਾ ਸ਼ੁਰੂ ਹੋ ਗਿਆ ਜੀ, ਕੋਲਾ ਅੰਦਰ ਜਾਣਾ ਸ਼ੁਰੂ ਹੋ ਗਿਆ। ਤੇ ਬਾਬਾ ਜੀ ਅੱਖਾਂ ਬੰਦ ਕਰਕੇ ਬੈਠੇ। ਸੇਵਾਦਾਰਾਂ ਵੇਖਿਆ ਵੀ ਮਹਾਂਪੁਰਖ ਕਿੱਥੇ ਹੈ, ਤੇ ਕੁਛ ਸੜਨ ਦੀ ਬੋ ਆ ਰਹੀ ਹੈ। ਤੇ ਜਦੋਂ ਅੱਗੇ ਹੋਏ ਵੇਖਿਆ ਸਾਧ ਸੰਗਤ ਜੀ ਉਹ ਪੱਟ ਸੜ ਰਿਹਾ ਸੀਗਾ ਉਹਨਾਂ ਦਾ ਜੀ। ਉਸੇ ਵੇਲੇ ਫਟਾਫਟ ਕੋਲਾ ਪਰਾਂ ਕੀਤਾ ਕਿਸੇ ਚੀਜ਼ ਨਾਲ ਜੀ। ਤੇ ਮਹਾਂਪੁਰਖਾਂ ਨੂੰ ਪੁੱਛਿਆ, ਕਹਿੰਦੇ ਮਹਾਰਾਜ ਦੀ ਅੱਜ ਕਥਾ ਸੁਣੀ ਸੀ, ਵੇਖਣਾ ਚਾਹੁੰਦੇ ਸਾਂ ਕਿਹੋ ਜਿਹਾ ਦੁੱਖ ਹੋਏਗਾ। ਸੰਗਤ ਜੀ, ਜੇ ਗੁਰੂ ਦੀ ਬਾਣੀ ਪੜ੍ਹਨ ਵਾਲੇ ਇੰਨਾ ਕੁਝ ਕਰ ਸਕਦੇ ਆ ਤੇ ਗੁਰੂ ਜੀ ਤੇ ਬਹੁਤ ਹੀ ਵੱਡੇ ਹੈਗੇ ਜੀ। ਤੁਸੀਂ ਸੁਣੀ ਸੀ ਨਾ ਵਜ਼ੀਰ ਖਾਨ ਨੇ ਕੀ ਆਖਿਆ ਸੀ, ਮਹਾਰਾਜ ਧੰਨ ਹੀ ਤੁਸੀਂ ਤੇ ਧੰਨ ਹੀ ਤੁਹਾਡੀ ਬਾਣੀ। ਮਹਾਰਾਜ ਤੁਹਾਡੀ ਬਾਣੀ ਸੁਣ ਕੇ, ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਮੇਰਾ ਜਲੋਧਰ ਦਾ ਰੋਗ ਠੀਕ ਹੋਇਆ ਸਤਿਗੁਰੂ ਜੀ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਉੱਠ ਕੇ ਜਿਹੜੀ ਮਹਾਰਾਜ ਦੀ ਥਾਂ ਬਣਾਈ ਸੀ ਨਾ ਪਾਪੀ ਦੁਸ਼ਟ ਨੇ, ਮਹਾਰਾਜ ਉੱਥੇ ਬੈਠ ਗਏ। ਸਰੀਰ ਲਗਭਗ ਉੱਪਰਲਾ ਮਾਸ ਜਿਹੜਾ ਹੈ ਉਹ ਬੁਰੇ ਹਾਲ ਹੋਏ ਪਏ ਜੀ, ਪਰ ਮਹਾਰਾਜ ਸ਼ਾਂਤ ਨੇ ਜੀ। ਚਾਹੁਣ ਤੇ ਜੋ ਮਰਜ਼ੀ ਕਰ ਦੇਣ ਜੀ, ਜੋ ਮਰਜ਼ੀ ਕਰ ਲੈਣਾ ਜੀ। ਹਾਂਜੀ। ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨਾ ਕਾਏ। ਮੂਰਖ ਮਤ ਵਾਲਾ ਚੰਦੂ ਦੁਸ਼ਟ ਪਾਪੀ ਆਪਣੇ ਘਰ ਚਲੇ ਗਿਆ, ਪਰ ਮਹਾਰਾਜ ਦੀ ਮਹਿਮਾ ਨਹੀਂ ਜਾਣ ਸਕਿਆ। ਇੰਨਾ ਲੰਮਾ ਸਮਾਂ ਮੈਂ ਉਬਲਦੀ ਦੇਗ 'ਚ ਬਿਠਾਈ ਰੱਖਿਆ, ਉਹਨਾਂ ਸੀ ਤੱਕ ਨਹੀਂ ਕੀਤੀ। ਕਿੱਡੀ ਵੱਡੀ ਤਾਕਤ ਹੋਏਗੀ ਉਹਨਾਂ 'ਚ। ਚੇਤਾ ਰੱਖਿਓ, ਸ਼ਕਤੀ ਮਾਰ ਕੇ ਅੱਗ ਨੂੰ ਠੰਡਿਆਂ ਕਰ ਦੇਣਾ, ਸ਼ਕਤੀ ਮਾਰ ਕੇ ਪਾਣੀ ਠੰਡਿਆਂ ਕਰ ਦੇਣਾ, ਇਹ ਕੋਈ ਬਹੁਤੀ ਵੱਡੀ ਕਰਾਮਾਤ ਨਹੀਂ ਹੈਗੀ ਜੀ। ਇੰਨਾ ਕੁਝ ਸਹਿ ਲੈਣਾ ਉਹਦੇ ਤੋਂ ਵੀ ਵੱਡੀ ਕਰਾਮਾਤ ਹੈਗੀ ਜੀ। ਕਈ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ ਹੈਗੀ, ਉਹ ਕਹਿੰਦੇ ਗੁਰੂ ਅਰਜਨ ਸਾਹਿਬ 'ਚ ਜੇ ਸ਼ਕਤੀ ਹੁੰਦੀ ਆਪਣੇ ਆਪ ਨੂੰ ਨਾ ਬਚਾਉਂਦੇ। ਇੱਕ ਦੁਸ਼ਟ ਹੈਗਾ ਜੀ, ਬੁੱਢਾ ਹੋ ਗਿਆ ਪਰ ਦਿਮਾਗ ਉਹਦਾ ਖਰਾਬ ਹੈ ਜੀ। 2-3 ਵਾਰ ਸਿੰਘਾਂ ਨੇ ਉਹਦਾ ਸੌਦਾ ਵੀ ਲਾਇਆ ਜੀ। ਉਹ ਪਾਪੀ ਕਹਿੰਦਾ ਹੈ ਜੇ ਬਾਣੀ ਪੜ੍ਹਨ ਨਾਲ ਹੀ ਬਚਣਾ ਤੇ ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਚੋਂ ਕਿਉਂ ਨਹੀਂ ਬਚਾਇਆ ਬਾਣੀ ਨੇ। ਇਹੋ ਜਿਹੇ ਬੰਦਿਆਂ ਦੇ ਦਰਸ਼ਨ ਵੀ ਮਾੜੇ। ਦਰਸ਼ਨ ਕਾਹਦੇ? ਇਹੋ ਜਿਹੇ ਬੰਦਿਆਂ ਦੇ ਮੱਥੇ ਲੱਗਣਾ ਵੀ ਮਾੜਾ ਹੈਗਾ ਜੀ। ਉਹ ਗੁਰੂ ਅਰਜਨ ਸਾਹਿਬ ਬੜੇ ਵੱਡੇ ਹੈਗੇ ਸੱਚੇ ਪਾਤਸ਼ਾਹ। ਇੰਨਾ ਕੁਝ ਸਹਿ ਲੈਣਾ ਪਿਆਰਿਓ, ਇਹ ਕੋਈ ਛੋਟੀ ਗੱਲ ਨਹੀਂ ਹੈਗੀ ਜੀ। ਇਹ ਕੋਈ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤਾ ਹੀ ਸਹਿ ਸਕਦਾ, ਦੂਜਾ ਨਹੀਂ ਸਹਿ ਸਕਦਾ। ਇੱਕ ਦਿਨ ਸਾਈਂ ਮੀਆਂ ਮੀਰ ਜੀ ਦਰਬਾਰ ਸਾਹਿਬ ਕੀਰਤਨ ਸੁਣ ਰਹੇ, ਗੁਰੂ ਰਾਮਦਾਸ ਜੀ ਦੀਆਂ ਪੰਕਤੀਆਂ ਦਾ ਇੱਕ ਸਿੱਖ ਨੇ ਕੀਰਤਨ ਕੀਤਾ ਜੀ। ਕੋਈ ਆਣ ਮਿਲਾਵੇ ਮੇਰਾ
ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿੱਚ ਆਈ। ਸ਼ਬਦ ਦੇ ਭਾਵ ਕੋਈ ਰੱਬ ਦਾ ਪਿਆਰਾ ਮੈਨੂੰ ਰੱਬ ਨਾਲ ਮਿਲਾ ਦਵੇ, ਮੈਂ ਉਹਦੇ ਤੋਂ ਆਪਣਾ ਆਪ ਵੇਚ ਦਿਆਂ। ਹਾਂਜੀ, ਉਹਦੇ ਵਿੱਚ ਮਹਾਰਾਜ ਦੀ ਪੰਕਤੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਵੀ ਮੈਂ ਆਪਣਾ ਸਰੀਰ ਕੱਟ ਕੱਟ ਕੇ ਉਹਦੇ ਅੱਗੇ ਰੱਖ ਦਿਆਂ ਤੇ ਅੱਗ ਵਿੱਚ ਆਪਣਾ ਸਰੀਰ ਸਾੜ ਦਿਆਂ। ਸਾਈਂ ਮੀਆਂ ਮੀਰ ਬਾਹਰ ਆਏ ਤੇ ਚਿਹਰੇ ਤੇ ਉਹ ਰਸ ਆਨੰਦ ਨਹੀਂ ਸੀ ਹੈਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਈਂ ਜੀ ਬਾਣੀ ਦਾ ਕੀਰਤਨ ਸੁਣਿਆ ਹੋਵੇ ਤੇ ਚਿਹਰੇ ਤੇ ਆਨੰਦ ਹੀ ਨਾ ਹੋਵੇ, ਕੀ ਗੱਲ ਹੈ? ਤੇ ਸਾਈਂ ਮੀਆਂ ਮੀਰ ਕਹਿਣ ਲੱਗੇ, ਮਹਾਰਾਜ ਬਾਣੀ 'ਚ ਬਹੁਤੀ ਉੱਚੀ ਉਡਾਰੀ ਵੱਜ ਗਈ। ਕੀ? ਮਹਾਰਾਜ ਕਹਿੰਦੇ ਕੀ? ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ, ਕੋਈ ਸਰੀਰ ਨੂੰ ਕੱਟ ਕੱਟ ਕੇ ਅੱਗ 'ਚ ਹੀ ਸੜਾ ਦੇ ਉਹਦੇ ਪਿਆਰ 'ਚ। ਮਹਾਰਾਜ ਕਹਿੰਦੇ ਸਾਈਂ ਚੇਤਾ ਰੱਖ, ਬਾਣੀ ਸੱਚੀ ਹੈ। ਸਮਾਂ ਆਏਗਾ ਇਸ ਪੰਕਤੀ ਦੇ ਅਰਥ ਕਰਕੇ ਵਿਖਾਵਾਂਗੇ। ਕਹਿਣ ਲੱਗੇ ਕਰਕੇ ਵਿਖਾਏ ਮਹਾਰਾਜ। ਹਾਂਜੀ, ਗਇਓ ਸਦਨ ਨਿਜ ਮੂੜ ਮਤ, ਮਹਿਮਾ ਲਖੀ ਨਾ ਕਾਏ। ਮੂਰਖ ਮਤ ਚੰਦੂ ਦੁਸ਼ਟ ਪਾਪੀ, ਮਹਾਰਾਜ ਗਰੀਬ ਨਵਾਜ ਜੀ ਦੀ ਮਹਿਮਾ ਨਹੀਂ ਸਮਝ ਸਕਿਆ ਜੀ। ਹਾਂਜੀ, ਗ੍ਰਹਿ ਚੰਦੂ ਕੇ ਸੁਧ ਭਈ, ਸਤਿਗੁਰ ਕੋ ਦੁਖ ਦੇਤ। ਉਧਰ ਚੰਦੂ ਦੇ ਘਰ ਖਬਰ ਪਹੁੰਚੀ ਹੈ ਵੀ ਕੌਣ ਆਇਆ, ਪਤਾ ਕਰੀਏ ਕੌਣ ਆਇਆ। ਸਾਰੀ ਦਿਹਾੜੀ ਅੱਗ ਦੇ ਭਾਂਬੜ ਹੀ ਮੱਚਦੇ ਰਹੇ ਹੈ। ਪਤਾ ਲੱਗਾ ਗੁਰੂ ਅਰਜਨ ਦੇਵ ਜੀ ਆਏ ਹਨ ਤੇ ਚੰਦੂ ਮਹਾਰਾਜ ਨੂੰ ਦੁੱਖ ਦੇ ਰਿਹਾ ਹੈ। ਹਾਂਜੀ, ਕਿਸੇ ਸਿੱਖ ਕੀ ਸੁਤਾ ਥੀ, ਪਾਪੀ ਨੁਖਾ ਨਿਕੇਤ। ਸਾਧ ਸੰਗਤ ਦੀ ਕਿਸੇ ਸਿੱਖ ਦੀ ਧੀ ਇਸ ਪਾਪੀ ਦੀ ਨਹੁੰ ਸੀਗੀ ਜੀ। ਹਾਂਜੀ, ਚੌਪਈ ਸੁਨ ਪ੍ਰਸੰਗ ਦਲਕਿਓ ਰਿਦ ਤਿਸਾ। ਜਦੋਂ ਉਹਨੇ ਇਹ ਗੱਲ ਸੁਣੀ ਉਹਦਾ ਮਨ ਦਹਿਕ ਗਿਆ ਜੀ, ਦਹਿਕ ਗਿਆ। ਐਡਾ ਵੱਡਾ ਪਾਪ ਸਾਡੇ ਪਰਿਵਾਰ 'ਚ ਹੋ ਰਿਹਾ। ਹਾਂਜੀ, ਮਮ ਨਹਿਰ ਮਾਨੈ ਜੇ ਸਦਾ। ਤੇ ਮੇਰਾ ਸਹੁਰਾ ਇਹ ਪਾਪ ਕਰ ਰਿਹਾ। ਉਸ ਸਿੱਖਣੀ ਦਾ ਮਨ ਦਹਿਕ ਗਿਆ ਜੀ। ਜਦੋਂ ਬੰਦਾ ਦਹਿਕ ਜਾਂਦਾ ਨਾ ਜੀ, ਉਹਦਾ ਸਰੀਰ ਤਨ ਮਨ ਸਭ ਕੁਝ ਹੀ ਡੋਲ ਜਾਂਦਾ, ਹਿੱਲਣ ਲੱਗ ਪੈਂਦਾ ਜੀ। ਹਾਂਜੀ, ਅਨਕ ਕਾਮਨਾ ਜਾਚਤ ਪਾਈ, ਗੁਰ ਗੁਰ ਸਿਮਰਤ ਨਿਤ ਸੁਖਦਾਈ। ਜਿਸ ਗੁਰੂ ਨੂੰ ਦਿਨ ਰਾਤ ਮੈਂ ਯਾਦ ਕਰਦੀ ਹਾਂ, ਜਿਸ ਗੁਰੂ ਜੀ ਦੇ ਕੋਲੋਂ ਬੜਾ ਕੁਝ ਪ੍ਰਾਪਤ ਹੋਇਆ ਸਾਡੇ ਪਰਿਵਾਰ ਨੂੰ, ਉਸ ਸਤਿਗੁਰੂ ਦੀ ਐਡੀ ਵੱਡੀ ਬੇਅਦਬੀ ਹੋ ਰਹੀ ਹੈ। ਹਾਂਜੀ, ਸਸੁਰ ਪਾਤ ਕੀ ਤਿਹ ਦੁਖ ਦੇਤ, ਕੋ ਅਗ ਤੇ ਮੈਂ ਇਨਹੁ ਨਿਕੇਤ। ਉਸ ਸਿੱਖ ਦੀ ਬੱਚੀ ਵਿਚਾਰੀ ਸੋਚਦੀ ਮੇਰੇ ਕੋਈ ਪਾਪ ਕਰਮ ਹੀ ਅੱਗੇ ਆਏ ਹੈ, ਐਡੇ ਵੱਡੇ ਪਾਪੀ ਦੁਸ਼ਟ ਦੀ ਮੈਂ ਨਹੁੰ ਬਣੀ ਹੈ। ਸੰਗਤ ਜੀ ਕਿਸੇ ਦਾ ਕਿਸੇ ਨਾਲ ਸੰਬੰਧ ਜੁੜਦਾ ਹੈ, ਪਿਛਲੇ ਜਨਮ ਪੂਰਬਲੇ ਜਨਮਾਂ ਦਾ ਸੰਬੰਧ ਹੈਗਾ ਜੀ। ਹਾਂਜੀ, ਕਿਤਕ ਦਿਵਸ ਤੇ ਪੀਓ ਨਾ ਪਾਣੀ, ਕੁਝ ਦਿਨਾਂ ਤੋਂ ਸੱਚੇ ਪਾਤਸ਼ਾਹ ਜੀ ਨੇ ਪਾਣੀ ਵੀ ਨਹੀਂ ਪੀਤਾ। ਖਾਏ ਨਾ ਭੋਜਨ ਨਿੰਦਰਾ ਹਾਨੀ, ਨਾ ਭੋਜਨ ਹੀ ਛਕਿਆ, ਨਾ ਨੀਂਦ ਹੀ ਲਈ ਹੈ। ਹਾਂਜੀ, ਧਿਕ ਜੀਵਨ ਇਸ ਘਰ ਮੈਂ ਮੇਰੋ। ਤੇ ਉਹ ਸੁਣ ਕੇ ਨਾਲੇ ਤੇ ਬੈਰਾਗ ਕਰਦੀ ਤੇ ਨਾਲੇ ਲਾਹਨਤਾਂ ਪਾਉਂਦੀ ਆਪਣੇ ਆਪ ਨੂੰ। ਲਾਹਨਤ ਹੈ ਮੇਰੇ ਤੇ, ਇਸ ਘਰ ਵਿੱਚ ਮੈਂ ਰਹਿ ਰਹੀ ਤੇ ਆਪਣੇ ਗੁਰੂ ਦੇ ਦਰਸ਼ਨ ਵੀ ਨਹੀਂ ਕੀਤੇ ਤੇ ਸੇਵਾ ਵੀ ਨਹੀਂ ਕੀਤੀ। ਉਲਟਾ ਦੁੱਖ ਦੇ ਰਿਹਾ ਮੇਰਾ ਸਹੁਰਾ ਉਹਨਾਂ ਨੂੰ। ਗੁਰ ਕੋ ਦੁੱਖ ਸੁਨ ਥਿਰ ਹਵੈ ਹੇਰੋ। ਬਸ ਫਿਰ ਕੀ ਸੀਗਾ ਜੀ, ਸਤਿਗੁਰੂ ਜੀ ਦੇ ਬਾਰੇ ਸੁਣ ਕੇ ਸਾਧ ਸੰਗਤ ਜੀ ਉਹ ਬਹੁਤ ਹੀ ਦੁਖੀ ਹੋਈ ਜੀ, ਬਹੁਤ ਹੀ ਦੁਖੀ ਹੋਈ ਜੀ। ਹਾਂਜੀ, ਰਹਿਓ ਨਾ ਗਇਓ ਮਿਠਾਈ ਘੋਰੀ। ਚੁੱਪ ਕਰਕੇ ਬੈਠੀ ਰਹੀ, ਰਾਤ ਦਾ ਸਮਾਂ ਆ ਜਾਵੇ। ਸਾਧ ਸੰਗਤ ਜੀ ਰਾਤ ਨੂੰ ਉਹਨੇ ਪਾਣੀ 'ਚ ਮਿੱਠਾ ਘੋਲਿਆ ਜੀ। ਕੁਛ ਭੋਜਨ ਲੈ ਗਮਨੀ ਚੋਰੀ। ਥੋੜਾ ਜਿਹਾ ਭੋਜਨ ਲਿਆ, ਚੋਰੀ ਰਾਤ ਘਰੋਂ ਨਿਕਲੀ ਜੀ। ਹਾਂਜੀ, ਪਹੁੰਚੀ ਜੇਠਾਂ ਖਰੇ ਸਿਪਾਹੀ। ਉਸ ਥਾਂ ਪਹੁੰਚੀ ਹੈ ਜਿੱਥੇ ਸਿਪਾਹੀ ਖਲੋਤੇ ਹੈ ਬਰਸ਼ੇ ਲੈ ਕੇ, ਰਾਤ ਦਾ ਸਮਾਂ ਹੈ। ਸੁਖਚਿਤ ਡਰਤ ਜਾਤ ਨਹਿ ਪਾਹੀ। ਤੇ ਡਰਦੀ ਵੀ ਹੈ, ਕੋਲ ਨਹੀਂ ਜਾਂਦੀ। ਹਾਂਜੀ, ਇੱਕ ਹਕਾਰ ਕਰ ਆਪਣੇ ਪਾਸ। ਇੱਕ ਸਿਪਾਹੀ ਨੂੰ ਉਹਨੇ ਕੋਲ ਸੱਦਿਆ ਜੀ। ਹਾਂਜੀ, ਦੀਨਸ ਜ਼ੇਵਰ ਤਨੈ ਨਿਕਾਸ। ਤੇ ਉਹਨੂੰ ਫਿਰ ਨਾ ਗਹਿਣਾ ਦਿੱਤਾ ਆਪਣਾ ਜੀ, ਇੱਕ ਸੋਨੇ ਦਾ।
ਸਿਆਣੇ ਲਿਖਦੇ ਤੇਲ ਤਮਾ ਜਾ ਕੋ ਮਿਲੈ ਤੁਰਤ ਨਰਮ ਹੋਏ ਜਾਏ। ਤੇਲ ਕੁੰਡੇ ਨੂੰ ਲਾ ਦਈਏ ਨਾ ਤੇ ਜਿਹੜਾ ਕੁੰਡਾ ਖੁੱਲਦਾ ਨਹੀਂ ਉਹ ਨਰਮ ਹੋ ਜਾਂਦਾ। ਜਿਹੜਾ ਬੰਦਾ ਬੜਾ ਹੀ ਆਕੜਿਆ ਹੋਵੇ ਉਹਨੂੰ ਲਾਲਚ ਦੇ ਦਿਓ, ਕਹਿੰਦੇ ਉਹ ਵੀ ਨਰਮ ਹੋ ਜਾਂਦਾ ਜੀ। ਉਹਨੇ ਉਹਨੂੰ ਲਾਲਚ ਦੇ ਦਿੱਤਾ ਜੀ। ਉਹਨੂੰ ਇਹ ਆਖਿਆ ਵੀ ਆਹ ਲੈ ਮੇਰੇ ਗਹਿਣੇ, ਇੱਕ ਵਾਰੀ ਮੈਨੂੰ ਗੁਰੂ ਜੀ ਦੇ ਦਰਸ਼ਨ ਕਰ ਲੈਂਦੇ। ਹਾਂਜੀ, ਰਾਖੋ ਗੁਪਤ ਸੁਨਾਵੋ ਨਾਹੀ। ਉਹ ਕਹਿੰਦਾ ਜਾਣ ਦਾ ਹੁਕਮ ਹੀ ਨਹੀਂ ਹੈਗਾ। ਉਹ ਕਹਿੰਦੀ ਹੋਰ ਦੇ ਦਿਆਂਗੀ ਪਰ ਜਾ ਲੈਣ ਦੇ, ਮੈਂ ਚੰਦੂ ਦੀ ਨੂੰਹ ਹੈ। ਫਿਰ ਕੀ ਸੀਗਾ, ਉਹਨੂੰ ਉਹ ਤਿਆਰ ਹੋਇਆ, ਉਹਨੂੰ ਕਹਿੰਦੀ ਦੱਸੀ ਨਾ ਕਿਸੇ ਨੂੰ। ਹਾਂਜੀ, ਮੈਂ ਇੱਕ ਬੇਰ ਜਾਉ ਗੁਰ ਪਾਹੀ। ਬਸ ਇੱਕ ਵਾਰ ਜਾ ਕੇ ਦਰਸ਼ਨ ਕਰਕੇ ਹੀ ਆ ਜਾਣੇ ਆ। ਹਾਂਜੀ, ਧਰੇ ਲੋਭ ਤੂਸ਼ਣ ਹੋਏ ਰਹੇ। ਲਾਲਚ ਦਾ ਮਾਰਾ ਉਹ ਸਿਪਾਹੀ ਚੁੱਪ ਹੋ ਗਿਆ ਜੀ। ਜਾਏ ਤੁਰੰਤ ਆਵੋ ਬਚ ਕਹੇ। ਤੇ ਕਹਿੰਦਾ ਜਾ ਪਰ ਛੇਤੀ ਵਾਪਸ ਆ ਜੀ। ਹਾਂਜੀ, ਚੰਦੂ ਪਾਤ ਕੀ ਲਖੈ ਨਾ ਜਿਸਤੇ। ਹਮੋ ਨਿਕਾਸੈ ਨਹਿ ਮਨ ਰਿਸਤੇ। ਕਹਿੰਦਾ ਵੇਖੀ ਕਿਤੇ ਜੇ ਤੇਰੇ ਸਹੁਰੇ ਨੂੰ ਪਤਾ ਲੱਗ ਗਿਆ ਉਹਨੇ ਸਾਨੂੰ ਨੌਕਰੀ ਚੋਂ ਕੱਢ ਦੇਣਾ ਹੈ। ਹਾਂਜੀ, ਗਈ ਗੁਰੂ ਢਿਗ ਦੇਖਤ ਰੋਈ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਜੀ ਦੇ ਤੇੜ ਕਸ਼ਹਿਰਾ ਜੀ ਤੇ ਸੀਸ ਤੇ ਦਸਤਾਰਾ ਤੇ ਬਾਕੀ ਸਰੀਰ ਤੇ ਛਾਲੇ ਹੀ ਛਾਲੇ ਨੇ ਜੀ। ਮਾਸ ਕੁਮਲਾਇਆ ਪਿਆ ਹੈ। ਸਾਧ ਸੰਗਤ ਜੀ, ਜਦੋਂ ਚੰਦੂ ਦੀ ਨੂੰਹ ਨੇ ਸਤਿਗੁਰੂ ਜੀ ਦੇ ਕੀਤੇ ਦਰਸ਼ਨ ਰੋਣ ਲੱਗ ਪਈ ਜੀ। ਉਹ ਜੀ ਨਹੀਂ ਔਰ ਕੋ ਰਿਹਾ ਨਹੀਂ ਗਿਆ। ਹਾਂਜੀ, ਨਮੋ ਠਾਨ ਕਹਿ ਬਿਨੈ ਪਿਗੋਈ। ਮੱਥਾ ਟੇਕਿਆ, ਬਹਿ ਕੇ ਰੋਣ ਲੱਗ ਪਈ। ਮਹਾਰਾਜ ਸ਼ਾਂਤੀ ਨਾਲ ਬੈਠੇ ਆ। ਫਿਰ ਬੇਨਤੀ ਕੀਤੀ ਉਹਨੇ, ਸ਼੍ਰੀ ਸਤਿਗੁਰ ਜੀ ਪੀਜੈ ਪਾਣੀ। ਕਹਿੰਦੀ ਮਹਾਰਾਜ ਪਾਣੀ ਪੀ ਲੋ। ਕਹਿਣ ਲੱਗੀ ਮਹਾਰਾਜ ਜਲ ਛਕ ਲੋ। ਲਿਹੋ ਆਹਾਰ ਕੋ ਕੀਜੈ ਖਾਨੀ। ਮਹਾਰਾਜ ਥੋੜਾ ਭੋਜਨ ਲੈ ਕੇ ਆਈ ਆ, ਇਹ ਛਕ ਲੋ। ਪਾਪੀ ਕੇ ਸੁਤ ਸੋ ਮੈਂ ਵਿਆਹੀ। ਮਹਾਰਾਜ ਨੇ ਪੁੱਛਿਆ ਬੱਚੀ ਤੂੰ ਕੌਣ ਹੈ? ਫਿਰ ਉਹਨੇ ਉੱਤਰ ਦਿੱਤਾ ਇਸੇ ਪਾਪੀ ਦੇ ਪੁੱਤਰ ਨਾਲ ਮੈਂ ਵਿਆਹੀ ਹੋਈ ਆ। ਹੁਤੀ ਜੋਗਤਾ ਐਸੇ ਨਾਹੀ। ਬਣਦਾ ਤੇ ਨਹੀਂ ਪਰ ਮੈਨੂੰ ਵੀ ਨਹੀਂ ਪਤਾ ਲੱਗਾ ਮਹਾਰਾਜ ਮੈਂ ਕਿਹੜੇ ਵੇਲੇ ਇਹਨਾਂ ਦੇ ਘਰ ਚ ਆ ਗਈ। ਕਰਿਓ ਪਾਪ ਕੋ ਆਗੇ ਆਇਵ। ਮੇਰਾ ਕੀਤਾ ਹੀ ਪਾਪ ਸੱਚੇ ਪਾਤਸ਼ਾਹ ਅੱਗੇ ਆਇਆ ਹੈ। ਜਿਸ ਕਰ ਇਨਕੇ ਸਦਨ ਸਦਾਇਵ। ਜਿਸ ਕਰਕੇ ਇਹਨਾਂ ਦੇ ਘਰ ਚ ਆਈ ਆ ਮਹਾਰਾਜ। ਹਾਂਜੀ, ਤੁਮਰੇ ਸਿੱਖ ਕੀ ਸੁਤਾ ਪਛਾਨੋ ਹੋ। ਮਹਾਰਾਜ ਪਰ ਮੈਂ ਤੁਹਾਡੇ ਸਿੱਖ ਦੀ ਧੀ ਆ ਸੱਚੇ ਪਾਤਸ਼ਾਹ। ਨਿਜ ਦਾਸਨ ਲਗ ਕਰੁਣਾ ਠਾਨੋ ਹੋ। ਮੈਨੂੰ ਆਪਣੀ ਸੇਵਾਦਾਰ ਨਹੀਂ ਸਮਝੋ ਮਹਾਰਾਜ। ਹਾਂਜੀ, ਪਿਖ ਸਤਿਗੁਰ ਸ਼੍ਰੀ ਮੁਖ ਤੇ ਭਾਖਾ। ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਇਹ ਗੱਲ ਕਹਿਣ ਲੱਗੇ। ਹਾਂਜੀ, ਸਾਧ ਤੋਹੇ ਅਸ ਭਾਉ ਜੇ ਰਾਖਾ। ਮਹਾਰਾਜ ਕਹਿੰਦੇ ਧੀਏ ਸ਼ਾਬਾਸ਼। ਸਾਧ ਦਾ ਅਰਥ ਹੁੰਦਾ ਸ਼ਾਬਾਸ਼। ਸ਼ਾਬਾਸ਼ ਤੂੰ ਇਹ ਭਾਵਨਾ ਰੱਖੀ। ਕਹਿਣ ਲੱਗੇ ਚੰਦੂ ਦੀ ਨੂੰਹ ਹੋ ਕੇ ਵੀ ਸਾਡੇ ਪ੍ਰਤੀ ਭਾਵਨਾ ਰੱਖੀ। ਸ਼ਾਬਾਸ਼ ਤੈਨੂੰ ਕਹਿਣ ਲੱਗੇ। ਜੇ ਕਰ ਚਾਹੈ ਆਪਣੀ ਕਲਿਆਣਾ। ਸੰਗ ਹਮਾਰੇ ਤਿਆਗੋ ਪ੍ਰਾਨਾ। ਪਰ ਧੀਏ ਪੁੱਤਰ ਅਸੀਂ ਪ੍ਰਣ ਕੀਤਾ ਚੰਦੂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ। ਕਹਿਣ ਲੱਗੇ ਤੇ ਤੂੰ ਉਹਦੇ ਘਰੋਂ ਹੀ ਲੈ ਕੇ ਆਈ ਹੈ। ਉਹ ਹੋਰ ਬੈਰਾਗ ਕਰਦੀ ਮਹਾਰਾਜ ਜਿੱਥੇ ਤੁਹਾਨੂੰ ਦੁੱਖ ਦੇ ਰਹੇ ਹੋ, ਦੁੱਖ ਮਿਲਦਾ ਹੋਵੇ ਮੈਂ ਉੱਥੇ ਰਹਿਣਾ ਹੀ ਨਹੀਂ ਚਾਹੁੰਦੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਨਹੀਂ ਨਾ ਰਹਿਣਾ ਚਾਹੁੰਦੀ ਅਸੀਂ ਸਰੀਰ ਤਿਆਗਣਾ ਚੰਦੂ ਦੇ ਘਰ ਦਾ ਮਾੜਾ ਹਾਲ ਹੋਣਾ। ਕਹਿਣ ਲੱਗੇ ਜੇ ਤੂੰ ਨਹੀਂ ਰਹਿਣਾ ਚਾਹੁੰਦੀ ਤਿਆਰੀ ਕਰ, ਜਾ ਕੇ ਭਜਨ ਕਰ, ਘਰ 'ਚ ਬਹਿ ਕੇ ਜਦੋਂ ਜਾਵਾਂਗੇ ਤੈਨੂੰ ਨਾਲ ਹੀ ਲੈ ਜਾਵਾਂਗੇ। ਕਹਿਣ ਲੱਗੇ ਨਾਲ ਹੀ ਲੈ ਜਾਵਾਂਗੇ। ਜੇ ਭਲਾ ਚਾਹੁੰਦੀ ਹੈ ਤੇ ਸਾਡੇ ਨਾਲ ਹੀ ਸਰੀਰ ਤਿਆਗਦੀ। ਕਹਿਣ ਲੱਗੇ ਹਾਂਜੀ, ਜਰਾ ਉਖੇ ਰਹਿ ਚੰਦੂ ਕੇਰੀ। ਪਿੱਛੋਂ ਚੰਦੂ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ। ਕਹਿਣ ਲੱਗੇ ਜਿਸ ਰੁੱਖ ਦੀਆਂ ਜੜ੍ਹਾਂ ਹੀ ਪੁੱਟੀਆਂ ਜਾਣ ਉਹਦੇ ਪੱਲੇ ਨਹੀਂ ਰਹਿੰਦਾ ਕੁਝ, ਸੁੱਕ ਜਾਂਦਾ, ਮੁੜ ਨਹੀਂ ਉਹ ਹਰਿਆ ਹੋ ਸਕਦਾ ਜੀ। ਮਰਹਿ ਜਬ ਦੋਜ਼ਕ ਮੈਂ ਗੇਰੀ। ਮਹਾਰਾਜ ਕਹਿੰਦੇ ਇਹਨੇ ਮਰਨਾ ਤੇ ਮਰ ਕੇ ਨਰਕਾਂ 'ਚ ਜਾਣਾ ਹੀ। ਹਾਂਜੀ, ਇਹਾਂ ਹਮਾਰੋ ਪਲਟਾ ਲੈ ਕੇ ਹਤੈ ਕੁ ਮੌਤ ਮਹਾ ਦੁਖ ਕਹਿ ਕੇ। ਮਹਾਰਾਜ ਕਹਿੰਦੇ ਸਾਡੇ ਪੁੱਤਰ ਨੇ ਆਉਣਾ ਇੱਥੇ
ਉਹਨਾਂ ਪਲਟਾ ਲੈਣਾ, ਇਹਨੂੰ ਮਾੜੀ ਮੋਤੇ ਮਾਰਨਾ ਹੈ। ਹਾਂਜੀ। ਸਕਲ ਸਦਨ ਇਸ ਹੋਏ ਖਰਾਬ, ਥਿਰੈ ਨਾ ਕਿਮ ਇਮ ਬਨੈ ਸ਼ਿਤਾਬ। ਸਾਰਾ ਘਰ ਹੀ ਖਰਾਬ ਹੋ ਜਾਣਾ, ਰਹਿਣਾ ਹੀ ਕੁਛ ਨਹੀਂ ਕਹਿਣ ਲੱਗੇ। ਹਾਂਜੀ। ਅਖਲ ਕੁਟੰਬ ਅਲੰਬ ਬਹੀਨੇ, ਰੋਦਤ ਮਰੈ ਮਹਾ ਦੁਖ ਲੀਨੇ। ਸਾਰੇ ਰਿਸ਼ਤੇਦਾਰ ਪਰਿਵਾਰ ਦੁਖੀ ਹੋ ਕੇ ਮਰਨਾ, ਰੋਂਦੇ ਫਿਰਨਾ। ਇਹਦਾ ਪੁੱਤ ਸੀਗਾ ਚੰਦੂ ਦਾ, ਕਰਮਚੰਦ, ਜਿਹਦੀ ਇਹ ਘਰ ਵਾਲੀ ਹੈ ਨਾ ਸਿੱਖ ਦੀ ਬੱਚੀ, ਉਹਨੂੰ ਵੀ ਮਾਰਿਆ ਸੀ ਬਾਬਾ ਬਿਧੀ ਚੰਦ ਜੀ ਨੇ ਜੀ। ਬਾਬਾ ਬਿਧੀ ਚੰਦ ਜਾਂ ਗੁਰੂ ਹਰਗੋਬਿੰਦ ਸਾਹਿਬ, ਅੱਗੇ ਕਥਾ 'ਚ ਆ ਜਾਏਗਾ ਜੀ। ਹਾਂਜੀ। ਰਾਖੋ ਗੋਪ ਬਤਾਵੋ ਕਾਹੇ ਨਾ। ਧੀਏ ਦਸੀ ਨਾ ਕਿਸੇ ਨੂੰ, ਜਦੋਂ ਜਾਵਾਂਗੇ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ, ਗੁਪਤ ਰੱਖਣੀ ਗੱਲ ਹੈ। ਸੰਕਟ ਇਨਹੋ ਸੰਗ ਸਹਿ ਨਾਹੇ ਨਾ। ਮਹਾਰਾਜ ਕਹਿਣ ਲੱਗੇ ਇਹਨਾਂ ਨੇ ਬੜੇ ਸੰਕਟ ਪਾਉਣੇ ਆ, ਸਹਿਣ ਨਹੀਂ ਹੋਣੇ ਕਿਸੇ ਕੋਲੋਂ। ਖਾਨ ਪਾਨ ਇਸਕੇ ਘਰ ਕੇਰਾ, ਹਮਨੇ ਕਰਹਿ ਜਾਹੋ ਲੈ ਫੇਰਾ। ਖਾਨ ਪਾਨ ਅਸੀਂ ਇਹਦੇ ਘਰ ਦਾ ਕਰਨਾ ਨਹੀਂ, ਬਚਨ ਕਰ ਦਿੱਤਾ, ਇਸ ਕਰਕੇ ਜਾ, ਲੈ ਜਾ, ਵਾਪਸ ਲੈ ਜਾ ਸਾਰਾ ਕੁਝ। ਸੁਨ ਸਤਿਗੁਰ ਤੇ ਸਗਰੀ ਬਾਤ। ਜਦੋਂ ਚੰਦੂ ਦੀ ਨੌ ਨੇ ਸਤਿਗੁਰੂ ਜੀ ਦੇ ਮੁਖੋਂ ਹੀ ਸਾਰੀ ਗੱਲ ਸੁਣ ਲਈ ਲਾਲੀ। ਆਸ਼ੋ ਲਖਿਓ ਪ੍ਰਾਨ ਕੋ ਘਾਤ। ਉਹਨੇ ਚੰਦੂ ਦੇ ਘਰ ਵਿੱਚ ਰਹਿਣ ਨਾਲੋਂ ਮਰਨਾ ਚੰਗਾ ਸਮਝਿਆ ਜੀ, ਵੀ ਬਹੁਤ ਚੰਗਾ ਹੋਏਗਾ, ਮਹਾਰਾਜ ਮੈਨੂੰ ਨਾਲ ਹੀ ਲੈ ਜਾਣਗੇ। ਮੈਂ ਹਰ ਵਾਰ ਮਹਾਰਾਜ ਦੇ ਸ਼ਹੀਦੀ ਦਿਨ ਤੇ ਕਹਿਣਾ ਹੁੰਦਾ, ਵੱਡਾ ਅਫਸਰ ਜਾ ਰਿਹਾ ਹੋਵੇ, ਨੇਤਾ ਜਾ ਰਿਹਾ ਹੋਵੇ, ਮੇਰੇ ਵਰਗਾ ਵੀ ਆਪਣੀ ਗੱਡੀ ਉਹਦੇ ਮਗਰ ਮਗਰ ਲਾਏਗਾ, ਕਿਉਂ? ਉਹਨੂੰ ਰਾਹ ਮਿਲ ਜਾਣਾ ਜੀ। ਤੇ ਜਦੋਂ ਗੁਰੂ ਅਰਜਨ ਸਾਹਿਬ ਸੱਚਖੰਡ ਗਏ ਤੇ ਸਾਰੇ ਦਰਵਾਜ਼ੇ ਖੁੱਲ੍ਹੇ ਹੋਣੇ ਆ, ਤੇ ਦੇਵਤਿਆਂ ਨੇ ਕਰਨੀ ਹੈ ਫੁੱਲਾਂ ਦੀ ਵਰਖਾ, ਤੇ ਚੰਦੂ ਦੀ ਨੌਂ ਨੇ ਵੀ ਮਗਰ ਮਗਰ ਤੁਰੀ ਫਿਰਨਾ ਹੈ ਜੀ, ਜਾਣਾ ਮਗਰ ਮਗਰ ਜੀ। ਭਾਗਾਂ ਵਾਲੀ ਹੈ ਨਾ ਜੀ। ਇੱਥੋਂ ਹਜ਼ੂਰ ਸਾਹਿਬ ਤੱਕ ਜਾਣਾ ਹੋਵੇ, ਸਫ਼ਰ ਦਾ ਸਾਥੀ ਚੰਗਾ ਮਿਲ ਜੇ, ਬੰਦਾ ਕਹਿੰਦਾ ਬੜਾ ਵਧੀਆ ਹੋ ਗਿਆ, ਸਫ਼ਰ ਕਿਹੜੇ ਵੇਲੇ ਲੰਘ ਗਿਆ ਪਤਾ ਹੀ ਨਹੀਂ ਲੱਗਾ। ਸੱਚਖੰਡ ਤੱਕ ਦਾ ਸਾਥੀ ਗੁਰੂ ਅਰਜਨ ਸਾਹਿਬ ਮਿਲੇ ਵੀ ਉਹਨੂੰ ਜੀ। ਉਹਨੇ ਕਿਹਾ ਵੀ ਮਰਨਾ ਚੰਗਾ ਇਸ ਸਮੇਂ। ਹਾਂਜੀ। ਕਹਿਤ ਆਪਣੇ ਸੰਗ ਮਿਲਾਵੋ, ਕਰੋ ਕਿਰਪਾਲੇ ਸੰਗ ਸਿਧਾਵੋ। ਤੇ ਤੁਰਨ ਲੱਗੀ ਹੈ ਤੇ ਮਹਾਰਾਜ ਗਰੀਬ ਨਵਾਜ ਜੀ ਨੂੰ ਹੱਥ ਜੋੜ ਕੇ ਕਹਿੰਦੀ, ਸੱਚੇ ਪਾਤਸ਼ਾਹ ਫਿਰ ਮਿਹਰ ਕਰਿਓ, ਮਹਾਰਾਜ ਆਪਣੇ ਨਾਲ ਮਿਲਾ ਲਿਓ ਤੇ ਨਾਲ ਹੀ ਲੈ ਕੇ ਜਾਇਓ। ਸੱਚੇ ਪਾਤਸ਼ਾਹ ਆਪਣੇ ਨਾਲ ਹੀ ਲੈ ਕੇ ਜਾਇਓ। ਸੋ ਸੰਗਤ ਜੀ, ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ, ਕਥਾ ਹੋਏਗੀ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਜੀ ਦੇ ਨਾਮ ਲੈਣ ਦਾ ਫਾਇਦਾ ਇਹ ਹੈ, ਭੱਟ ਜੀ ਕਹਿੰਦੇ ਤੁਹਾਨੂੰ ਸੰਕਟ ਨਹੀਂ ਕੋਈ ਆਏਗਾ, ਤੁਹਾਨੂੰ ਕੋਈ ਸੰਕਟ ਨਹੀਂ ਆਏਗਾ। ਆਓ ਪੰਕਤੀ ਪੜ੍ਹ ਦਈਏ, ਫਿਰ ਦਾਸ ਖਿਮਾ ਮੰਗੇ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। 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 ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਸੰਕਟ ਜੋਨ
फिर संकट जोन गर्भ न आयो, फिर संकट जोन गर्भ न आयो। जप्यो जिन अर्जन देव गुरु, देव गुरु। गरीब नवाज किरपा करना, होइयां भुल्लां चुकां दी खिमा बख्शिश करनी। महाराज जी किरपा करन। अगला प्रसंग कल नूं सरवण करांगे। सारी संगत गद के फतेह बुलाओ जी। वाहिगुरु जी का खालसा, वाहिगुरु जी की फतेह।